श्री राग महला पहला। करता सबको तेरे जोर, एक शब्द विचारियां जा तू तां क्या होर रहाओ। करता सबको तेरे जोर, एक शब्द विचारियां जा तू तां क्या होर। आओ भैणे गल मिलै अंक सहेलड़ियां, मिल के करें कहानियां समरथ कंठ कियां। साचे साहिब सब गुण औगण सब असां, साचे साहिब सब गुण औगण सब असां। करता सबको तेरे जोर, एक शब्द विचारियां जा तू तां क्या होर। जाए पुछो सहागणी, तुसी राविया किन्नी गुणी। सहज संतोख शिंगारियां मिठा बोलणी। फिर रसालू तां मिले जा गुर का शब्द सुनी। तेरियां कुदरती केवड़ तेरी दात, केते तेरे जी जंत सिफत करें दिन रात। केते तेरे रूप रंग, केते जात अजात। सच मिला सच उपजै, सच में साच समाहे। सुरत होवै पत उगवै, गुरबचनी भौ खाए। नानक सच्चा पातशाह आपे लहै मिलाए। सच मिले सच उपजै, सच में साच समाए। सुरत होवै पत उगवै, गुरबचनी भौ खाए। नानक सच्चा पातशाह आपे लहै मिलाए। नानक सच्चा पातशाह आपे लहै मिलाए। करता सबको तेरे जोर, एक शब्द विचारिया जा तू तां क्या होर। जा तू तां क्या होर। करता सबको तेरे जोर, करता सबको तेरे जोर। वाहिगुरु जी का खालसा, वाहिगुरु जी की फतेह। वाहिगुरु जी की फतेह। एक ओंकार सतनाम करता पुरख, निर्भव निर्वैर, अकाल मूरत अजूनी सैभं, गुर प्रसाद। एक ओंकार सतनाम करता पुरख, निर्भव निर्वैर, अकाल मूरत अजूनी सैभं, गुर प्रसाद।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਆਸਾ ਮਹਲਾ ਚੌਥਾ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮ ਅਗੰਮ ਅਪਾਰਾ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਤਿਨ ਟੂਟੀ ਜਮ ਕੀ ਫਾਂਸੀ। ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੰਤਾ। ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੈ ਬਹੁ ਸਿਮਰਤ ਸ਼ਾਸਤਰ ਜੀ ਕਰ ਕਿਰਿਆ ਖਟ ਕੰਮ ਕਰੰਤਾ।
से भगत भले जन नानक जी। जो भावे मेरे हर भगवंता, तू आद पुरख अपरंपर करता जी। तुद जेवड अवर ना कोई, तू जुग जुग एको सदा सदा तू एको जी। तू निहचल करता सोई, तुद आपे भावै सोई वर्तै जी। तू आपे करें सो होई, तुद आपे सृष्ट सब उपाई जी। तुद आपे सिरज सब गोई, जन नानक गुण गावे करते के जी। जो सबसे का जाणोई। वाहिगुरु जी का खालसा, वाहिगुरु जी की फतेह। कार सिंह जी आप कृपा करो शुरू च, फिर मैं ले लो। हाँ, थैंक यू। ਅੱਜ ਆਪਾਂ ਚੌਥਾ ਬੰਦ ਕਰਨਾ ਹੈ ਇਸ ਸ਼ਬਦ ਦਾ। ਤੇ ਗੁਰੂ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਅਖੀਰਲੀ ਪੌੜੀ ਵਿੱਚ, ਅਖੀਰਲੀ ਪੰਕਤੀ ਦੇ ਵਿੱਚ, ਵੀ ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵੈ ਮੇਰੇ ਹਰ ਭਗਵੰਤਾ। ਅੱਛਾ, ਹੁਣ ਗੁਰੂ ਸਾਹਿਬ ਕਹਿੰਦੇ ਵੀ ਜਿਹੜੇ ਭਗਤ ਨੇ ਨਾ, ਅਸਲ 'ਚ ਉਹ ਹੀ ਵੈਲਿਊਬਲ ਨੇ, ਉਹ ਹੀ ਭਲੇ ਲੋਕ ਨੇ, ਤੇ ਉਹ ਫਿਰ ਪਰਮਾਤਮਾ ਨੂੰ ਪਸੰਦ ਆਉਂਦੇ ਨੇ, ਚੰਗੇ ਲੱਗਦੇ ਨੇ। ਹੁਣ ਇਹ ਵੇਖਣਾ ਵਾ ਵੀ ਮੈਂ ਆਪਣੇ ਤੇ ਢਾਲ ਕੇ ਵੇਖਾਂ ਕਿ ਮੈਂ ਆਪਣੇ ਪਰਮਾਤਮਾ ਨੂੰ ਭਾਉਂਦਾ ਵਾਂ। ਜੇ ਮੈਂ ਸੱਚੇ ਪਾਤਸ਼ਾਹ ਨੂੰ ਪਸੰਦ ਨਹੀਂ ਆਇਆ ਤੇ ਹੋ ਸਕਦਾ ਮੈਂ ਭਗਤ ਹੀ ਨਾ ਹੋਵਾਂ ਹੈ। ਜੇ ਮੈਂ ਭਗਤ ਨਹੀਂ ਗਾ ਤਾਂ ਹੋ ਸਕਦਾ ਨਾਨਕ ਭਗਤਾਂ ਸਦਾ ਵਿਗਾਸ, ਮੇਰੇ ਹਿਰਦੇ ਵਿੱਚ ਉਹ ਖੇੜਾ, ਉਹ ਚਾਅ, ਉਹ ਲਾਹ, ਉਹ ਪਰਮਾਤਮਾ ਪ੍ਰਤੀ ਪਿਆਰ ਸ਼ਾਇਦ ਨਾ ਹੀ ਆਇਆ ਹੋਏ। ਤੇ ਜੇ ਮੇਰੇ ਹਿਰਦੇ ਵਿੱਚ ਵਿਗਾਸ ਨਹੀਂ ਆਇਆ, ਜੇ ਮੈਂ ਹਜੇ ਮਾਇਆ ਦੇ ਪ੍ਰਭਾਵ ਵਿੱਚ ਜਿਵੇਂ ਜੀਣਾ ਵਾ, ਤੇ ਫਿਰ ਮੈਂ ਵਿਗਾਸੀ ਨਹੀਂ ਹੋ ਸਕਦਾ, ਫਿਰ ਮੈਂ ਭਗਤ ਵੀ ਨਹੀਂ ਹੋ ਸਕਦਾ। ਜੇ ਮੈਂ ਭਗਤ ਨਹੀਂ ਗਾ ਤੇ ਮੈਂ ਸੱਚੇ ਪਾਤਸ਼ਾਹ ਨੂੰ ਪਸੰਦ ਨਹੀਂ ਆਉਣਾ। ਤੇ ਗੁਰੂ ਸਾਹਿਬ ਕਹਿੰਦੇ ਉਹ ਭਗਤ ਜਿਹੜੇ ਨੇ ਉਹ ਸਰਮੋਰ ਨੇ, ਉਹ ਚੰਗੇ ਨੇ, ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਮਾਇਆ ਤੋਂ ਆਪਣਾ ਖੜਾ ਛਡਾ ਲਿਆ ਤੇ ਉਹ ਭਗਤ ਬਣ ਗਏ। ਤੇ ਉਹ ਪਰਮਾਤਮਾ ਦੀ ਡੋਮੇਨ ਵਿੱਚ ਰਹਿਣਾ ਸ਼ੁਰੂ ਕਰਤਾ ਉਹਨਾਂ ਨੇ। ਤੇ ਗੁਰੂ ਸਾਹਿਬ ਕਹਿੰਦੇ ਵੀ ਇਹੋ ਜਿਹੜੇ ਲੋਕ ਨੇ ਨਾ, ਇਹ ਪਰਮਾਤਮਾ ਨੂੰ ਚੰਗੇ ਲੱਗਦੇ, ਭਗਵਾਨ ਨੂੰ ਵਧੀਆ ਲੱਗਦੇ ਨੇ, ਸੋਹਣੇ ਲੱਗਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਸਾਂਝ ਪਰਮਾਤਮਾ ਬੇਸਡ, ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਬਣਾ ਲਈ ਹੋਈ ਹੈ। ਇਸ ਕਰਕੇ ਉਹ ਸੱਚੇ ਪਾਤਸ਼ਾਹ ਨੂੰ ਉਹ ਭਾਉਂਦੇ ਨੇ। ਹੁਣ ਇਹ ਮੈਂ ਆਪਣੇ ਲਈ ਵੇਖਣਾ ਵਾ ਕਿ ਕੀ ਮੈਂ ਆਪਣੇ ਪਰਮਾਤਮਾ ਨੂੰ ਭਾਇਆ ਵਾਂ ਕਿ ਜਾਂ ਮੈਂ ਪਰੇ ਪਰੇ ਫਿਰਦਾ ਵਾਂ, ਮੈਂ ਉਹਦੀ ਪਸੰਦ 'ਚ ਆ ਜਾਂ ਮੈਂ ਰਿਜੈਕਟਡ ਆ। ਗੁਰੂ ਸਾਹਿਬ ਨੇ ਹੋਰ ਗੱਲ ਕੀਤੀ ਵੀ ਕਹਿੰਦੇ ਵੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾਂ। ਅੱਗੇ ਮੈਂ ਸ਼ਬਦ ਨੂੰ ਬੇਅੰਤਾ ਪੜ੍ਹਦਾ ਹੁੰਦਾ, ਪਰ ਹੁਣ ਜਦੋਂ ਮੈਨੂੰ ਸੀਰੀਅਸਲੀ ਵੇਖਿਆ ਨਾ, ਹੁਣ ਭੰਡਾਰ ਦਾ ਜਿਹੜਾ ਰਾਰਾ ਵਾ ਉਹ ਮੁਕਤਾ ਵਾ, ਬਹੁਤ ਹੈ ਭੰਡਾਰ। ਬੇਅੰਤਾ ਤੇ ਬੇਅੰਤਾਂ 'ਚ ਫਰਕ ਹੈ ਵੀ ਤੇਰੀ ਭਗਤ ਇੰਨੀ ਜ਼ਿਆਦੀ ਆ, ਇੰਨੇ ਜ਼ਿਆਦੇ ਭੰਡਾਰੇ ਨੇ, ਤੇ ਉਹ ਬੇਅੰਤ ਨੇ ਤੇ ਬੇਅੰਤ ਨੇ, ਕਦੀ ਖਤਮ ਵਾਲੇ ਹੋਣ ਵਾਲੇ ਨਹੀਂਗੇ। ਆਮ ਆਪਾਂ ਦੇਖਦੇ ਹਾਂ ਕਿ ਹਰ ਚੀਜ਼ ਐਗਜ਼ਾਸਟ ਹੋ ਜਾਂਦੀ ਆ, ਹਰ ਚੀਜ਼ ਮੁੱਕ ਜਾਂਦੀ ਹੈ। ਜਿੱਦਾਂ ਹੁਣ ਮਨੁੱਖ ਆ, ਇਹ ਵੀ ਐਗਜ਼ਾਸਟ ਆਊਟ ਹੋ ਜਾਂਦੇ, ਆਪਣਾ ਟਾਈਮ ਸਪੈਂਡ ਕਰਕੇ ਦੁਨੀਆ ਤੋਂ ਚੱਲਦੇ ਨੇ। ਜਿਤਨਾ ਕੋਈ ਪਦਾਰਥ ਆ, ਫਾਰ ਐਗਜ਼ਾਮਪਲ
ਜਿੱਦਾਂ ਸਾਡੇ ਘਰਾਂ ਵਿੱਚ ਆਟੇ ਦੀ ਬੋਰੀ ਭਰੀ ਹੁੰਦੀ ਹੈ, ਜੋ ਹਰ ਰੋਜ਼ ਉਹਨੂੰ ਹੀ ਵਰਤਦੇ ਆ, ਤੇ ਜਿਉਂ-ਜਿਉਂ ਵਰਤਦੇ ਉਹ ਘਟਦੀ ਜਾਂਦੀ ਹੈ, ਤੇ ਅਖੀਰ ਤੇ ਜਾ ਕੇ ਖਤਮ ਹੋ ਜਾਂਦੀ ਹੈ, ਐਗਜ਼ਾਸਟ ਹੋ ਜਾਂਦੀ ਹੈ। ਪਰ ਪਰਮਾਤਮਾ ਦੀ ਗੱਲ ਹੋ ਰਿਹਾ, ਪਰਮਾਤਮਾ ਦੀ ਸਿਫਤ ਸਲਾਹ ਜਿਹੜੀ ਹੈ ਨਾ, ਇਹ ਕਦੀ ਐਗਜ਼ਾਸਟ ਨਹੀਂ ਹੁੰਦੀ। ਪਰਮਾਤਮਾ ਕਰੋੜਾਂ ਸਾਲਾਂ ਤੋਂ ਐਗਜ਼ਿਸਟ ਕਰਦਾ ਵਾ, ਪਤਾ ਨਹੀਂ ਕਦੋਂ, ਜੇ ਕਰੋੜ ਵੀ ਕਰਾਂਗੇ ਤਾਂ ਮੂਰਖ ਹੀ ਕਹਾਵਾਂਗੇ, ਕਿਉਂਕਿ ਪਤਾ ਹੀ ਨਹੀਂ। ਤੇ ਲੋਕੀ ਕਦੋਂ ਦੀ ਉਹਦੀ ਸਿਫਤ ਸਲਾਹ ਕਰ ਰਹੇ ਨੇ, ਪਰ ਹਜੇ ਤੱਕ ਸਾਰੀ ਸਿਫਤ ਸਲਾਹ ਨਹੀਂ ਕਰ ਰਹੇ, ਕਿਉਂਕਿ ਉਹਦੇ ਭੰਡਾਰੇ ਏਡੇ ਵੱਡੇ ਨੇ ਤੇ ਬੇਅੰਤ ਨੇ, ਤੇ ਪਰਮਾਤਮਾ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਜਿਹੜੇ ਸੰਸਾਰ ਦੇ ਲੋਕ ਨੇ ਉਹ ਇੱਥੋਂ ਤੁਰ ਜਾਂਦੇ ਨੇ, ਪਰ ਉਹ ਸਾਰੀ ਸਿਫਤ ਸਲਾਹ ਨਹੀਂ ਕਰ ਸਕਦੇ। ਜਿੱਦਾਂ ਗੁਰੂ ਸਾਹਿਬ ਕਹਿੰਦੇ ਵੀ ਲੇਖਾ ਹੋਏ ਤਾਂ ਲਿਖੀਏ, ਲੇਖੇ ਹੋਏ ਵਿਨਾਸ਼। ਕਹਿੰਦਾ ਮੈਂ ਕੀ ਕਰਾਂ ਪਰਮਾਤਮਾ ਦੀ ਗੱਲ ਦਾ, ਮੈਂ ਕਿਹੜੀ ਗੱਲ ਦਾ ਲੇਖਾ ਚੋਖਾ ਕਰਾਂ? ਜੇ ਮੈਂ ਕਰਨੀ ਕੋਸ਼ਿਸ਼ ਹੀ ਕਰਾਂ ਤੇ ਮੇਰੇ ਡਿਜਿਟ ਜਿਹੜੇ ਨੰਬਰ ਨੇ ਉਹਨਾਂ ਹੀ ਖਤਮ ਹੋ ਜਾਣਾ, ਉਹਨਾਂ ਦਾ ਸਤਿਆਨਾਸ਼ ਹੋ ਜਾਣਾ, ਉਹਨਾਂ ਹੀ ਮੁੱਕ ਜਾਣਾ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾਂ, ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾਂ। ਕਹਿੰਦਾ ਤੇਰੇ ਭਗਤ ਪਤਾ ਕਿੰਨੇ ਨੇ, ਉਹ ਵੀ ਬੇਅੰਤ ਨੇ ਜਿਹੜੇ ਤੈਨੂੰ ਸਲਾਹੁੰਦੇ ਨੇ। ਇੱਕ ਦੇ ਭਗਤੀ ਦੇ ਬੜੇ ਭੰਡਾਰ ਭਰੇ ਹੋਏ ਆ, ਇੱਕ ਭਗਤਾਂ ਦਾ ਕੋਈ ਅੰਤ ਨਹੀਂ ਗਾ, ਹੈ, ਤੇ ਉਹ ਤੈਨੂੰ ਸਲਾਹੁੰਦੇ ਨੇ, ਤੇਰੀ ਸਲਾਹ ਕਰਦੇ ਨੇ, ਤੇਰੀ ਵਾਹ ਕਰਦੇ ਨੇ। ਪਾਤਸ਼ਾਹ ਤੂੰ ਵਾਹ, ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪ੍ਰਵਾਹ। ਗੁਰੂ ਦੇ ਸਨਮੁਖ ਹੋ ਕੇ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਗੁਰੂ ਦੇ ਸਨਮੁਖ ਹੋਣ ਦਾ ਇਹ ਮਤਲਬ ਇਹ ਨਹੀਂ ਕਿ ਗੁਰੂ ਦੇ ਸਾਹਮਣੇ ਖੜ ਜਾਣਾ ਵਾ। ਗੁਰੂ ਦੇ ਉਪਦੇਸ਼ ਗੁਰਬਾਣੀ ਦੇ ਮੁਤਾਬਕ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਆ। ਜਿਹੜਾ ਪਰਮਾਤਮਾ ਦੀ ਸਿਫਤ ਸਲਾਹ ਦਾ ਮਾਧਿਅਮ ਆ ਉਹ ਗੁਰਬਾਣੀ ਹੋਣੀ ਚਾਹੀਦੀ ਹੈ, ਤਾਂ ਜਾ ਕੇ ਗੁਰਮੁਖ ਹਾਂਜੀ ਸਲਾਹੀ ਹੋਏਗਾ ਜਾ ਕੇ। ਗੁਰੂ ਸਾਹਿਬ ਕਹਿੰਦੇ ਵੀ ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਕਹਿੰਦੇ ਤੇਰੇ ਇੰਨੇ ਜ਼ਿਆਦਾ ਲੋਕ ਨੇ ਜਿਹੜੇ ਤੇਰੀ ਪੂਜਾ ਕਰਦੇ ਨੇ ਤੇ ਤਪਾਂ 'ਚ ਬਹਿੰਦੇ ਨੇ। ਕਈ ਨੂੰ ਵੇਖਿਆ ਸਾਡੇ ਪਿੰਡ ਇੱਕ ਸਾਧ ਹੁੰਦਾ ਹੈ, ਉਹਨਾਂ ਨੇ ਪਾਠੀਆਂ ਬੜੀਆਂ ਇਕੱਠੀਆਂ ਕਰ ਲੈਣੀ ਘੇਰੇ ਤੇ ਉਹਨਾਂ ਨੂੰ ਅੱਗ ਲਾ ਕੇ ਵਿੱਚ ਉਹਨੇ ਬਹਿ ਜਾਣਾ, ਤੇ ਉੱਤੋਂ ਐ ਜਦੋਂ ਅੱਗ ਇਕੱਠੀ ਹੋ ਜਾਂਦੀ ਆ ਕੇ ਤੇ ਉਹ ਉਹਦੇ ਵਿੱਚ ਬਹਿੰਦਾ ਹੁੰਦਾ ਹੈ, ਤੇ ਉਹ ਸੜਦਾ ਨਹੀਂ ਹੁੰਦਾ, ਤੇ ਉਹਨੇ ਆਪਣੇ ਆਪ ਨੂੰ ਜਲੀਲ ਕਰਨਾ, ਸਾਰਾ ਸਰੀਰ ਤਪਿਆ ਹੋਣਾ, ਕਾਲਾ ਕਾਲਖ ਵਰਗਾ ਹੋ ਜਾਣਾ ਧੂਏ ਦੇ ਨਾਲ। ਤੇ ਕਈ ਇਸ ਤਰ੍ਹਾਂ ਦੇ ਤਪ ਕਰਦੇ ਨੇ ਹੈ, ਤੇ ਕਈ ਜਪ ਕਰਦੇ ਨੇ। ਹਾਂਜੀ, ਉਹ ਵੀ ਜਿਹੜੇ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ ਗਾ। ਅੱਛਾ, ਹੁਣ ਇਹ ਜਿਹੜੀ ਗੁਰੂ ਸਾਹਿਬ ਨੇ ਲਿਸਟ ਤੇ ਦਿੱਤੀ ਆ, ਪਰ ਅਖੀਰਲੀ ਪੰਕਤੀ ਵਿੱਚ ਗੁਰੂ ਸਾਹਿਬ ਨੇ ਡਿਸੀਜਨ ਦਿੱਤਾ ਵਾ, ਇਹਨਾਂ ਸਾਰਿਆਂ ਵਿੱਚੋਂ ਪਰਮਾਤਮਾ ਨੂੰ ਚੰਗਾ ਕਿਹੜਾ ਲੱਗਦਾ ਵਾ ਉਹਦੀ ਗੱਲ ਹੋਏਗੀ। ਅੱਛਾ, ਹੁਣ ਜਪਦੇ ਆ। ਹੁਣ ਜਦੋਂ ਸਾਡਾ ਸਿੱਖ ਧਰਮ ਆ, ਅਸੀਂ ਨਾਮ ਨੂੰ ਬੜਾ ਪੁੱਠਾ ਗੇੜਾ ਚਾੜਤਾ। ਹਾਂਜੀ, ਜਿਹੜੇ ਸਿੱਖ ਧਰਮ ਵਿੱਚ ਜਿੰਨਾ ਨਾਮ ਮਿਸ ਅੰਡਰਸਟੂਡ ਆ ਉਹਨਾਂ ਕਿਤੇ ਵੀ ਨਹੀਂ ਗਾ। ਹੁਣ ਕਿੰਨੇ ਨੇ ਲੋਕ ਵਾਹਿਗੁਰੂ 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 ਕਰੀ ਜਾਣ ਵਾਲੇ। ਪਿੱਛੇ ਵੀ ਇਹ ਗੱਲ ਕੀਤੀ ਸੀ ਵੀ ਇੱਕੇ ਸ਼ਬਦ ਦੀ ਰੱਟ ਲਾਈ ਜਾਣੀ ਹੈ। ਉਹ ਕੋਈ ਸਰਦਾਰ ਸੀ ਬੜਾ ਅਮੀਰ, ਤੇ ਉਹ ਆਪਣੇ ਪੁੱਤਰਾਂ ਨੂੰ ਨਾ ਪੈਲੀ ਦੇ ਗਿਆ ਕਾਫੀ। ਸਾਡਾ ਪਿਓ ਗੁਰੂ ਨਾਨਕ ਆ ਤੇ ਸਾਨੂੰ 1430 ਕਿੱਲੇ ਪੈਲੀ ਦੇ ਕੇ ਗਿਆ। 1430 ਪੇਜ ਨੇ ਗੁਰੂ ਗ੍ਰੰਥ ਸਾਹਿਬ ਦੇ। ਅੱਛਾ, ਤੇ ਉਹ ਫਿਰ 10-20 ਸਾਲਾਂ ਬਾਅਦ ਆਇਆ ਤੇ ਆਪਣੇ ਨਿਆਣਿਆਂ ਪੁੱਤਰ ਨੂੰ ਮਿਲਿਆ, ਕਹਿੰਦਾ ਕੀ ਹਾਲ ਚਾਲ ਆ? ਕਹਿੰਦਾ ਪਾਪਾ ਬੁਰਾ ਹਾਲ ਆ। ਕਹਿੰਦਾ ਕੀ? ਕਹਿੰਦਾ ਇੰਨਾ ਤੈਨੂੰ ਮੈਂ ਆਪਣੀ ਜ਼ਮੀਨ ਦੇ ਕੇ ਗਿਆ ਸੀ, ਇੰਨਾ ਰਕਬਾ ਦਿੱਤਾ ਸੀ, ਤੇ ਤੂੰ ਵਾਹੀ ਹੋਈ ਨਹੀਂ ਕੀਤੀ। ਕਹਿੰਦਾ ਵਾਹੀ ਤੇ ਕੀਤੀ ਆ। ਤੇ ਕਹਿੰਦਾ ਫਿਰ ਵੀ ਮੈਂ ਗਰੀਬ ਦਾ ਗਰੀਬ ਆ। ਤੇ ਉਹ ਕਹਿੰਦਾ ਮੈਂ ਤੈਨੂੰ ਇੰਨੀ ਜ਼ਮੀਨ ਦੇ ਕੇ ਗਿਆ ਸੀ ਵੀ ਨਾਲੇ ਤੂੰ ਆਪਣਾ ਸਾਰੀ, ਨਾਲੇ ਆਂਢੀ ਗੁਆਂਢੀ ਦਾ ਸਾਰੀ। ਤੇ ਉਹ ਕਹਿੰਦਾ ਫਿਰ ਕੀ ਕਾਰਨ ਤੇਰੀ ਗਰੀਬੀ ਦਾ? ਕਹਿੰਦਾ ਮੈਂ ਇੱਕ ਹੀ ਸਿਆੜ ਤੇ ਹਲ ਫੇਰਦਾ ਰਿਹਾ। ਵਾਹਿਗੁਰੂ ਵਾਹਿਗੁਰੂ ਏਦਾਂ ਵਾ ਜਿਤਨਾ ਇੱਕ ਸਿਆੜ ਨੂੰ ਹੀ ਵਾਹੀ ਜਾਣਾ ਹੋਵੇ, ਤੇ ਬਾਕੀ ਜਿਹੜੀ 1430 ਕਿੱਲੇ ਪੈਲੀ ਆ ਉਹ ਬੰਜਰ ਪਈ ਹੋਵੇ, ਤੇ ਫਿਰ ਬੰਦਾ ਅਮੀਰ ਕਿੱਦਾਂ ਹੋਏਗਾ? ਹਾਂਜੀ, ਏਦਾਂ ਜਿਹੜੇ ਜਪ ਕਰਨ ਵਾਲੇ ਨੇ ਉਹ ਵੀ ਕਿਸੇ ਪਾਸੇ ਨਹੀਂ ਲੱਗਦੇ, ਤਪਾਂ ਵਾਲੇ ਕਿਸੇ ਪਾਸੇ ਨਹੀਂ ਲੱਗਦੇ, ਤੇ ਪੂਜਾ ਵਾਲੇ ਵੀ ਕਿਸੇ ਪਾਸੇ ਨਹੀਂ ਲੱਗਦੇ, ਪਰ ਉਹਨਾਂ ਦਾ ਹਿਸਾਬ ਕਿਤਾਬ ਕੋਈ ਨਹੀਂ ਗਾ। ਅੱਛਾ, ਤੇਰੇ ਨੇਕ ਪੜ੍ਹੇ ਬਹੁਤ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ।
ਇੱਕ ਹੋਰ ਕਲਾਸ ਗੁਰੂ ਸਾਹਿਬ ਨੇ ਚੋ ਦਿੱਤੀ ਵੀ ਜਿਹੜੇ ਸਾਡੇ ਗੁਆਂਢੀ ਧਰਮ ਵਾਲੇ ਨੇ ਉਹ ਸਿਮਰਤੀਆਂ ਤੇ ਸਾਸਤਾਂ ਦਾ ਪਾਠ ਕਰਦੇ ਆ ਤੇ ਖੱਟ ਕਰਮ 'ਚ ਆਪਣਾ ਵਿਸ਼ਵਾਸ ਲਿਆਉਂਦੇ ਨੇ। ਤੇ ਖੱਟ ਕਰਮ ਇਹ ਹੁੰਦਾ ਵੀ ਇਹ ਬ੍ਰਾਹਮਣ ਦਾ ਇੱਕ ਉਹਨਾਂ ਦੀ ਮਰਿਆਦਾ ਵਾ। ਹਾਂਜੀ, ਵੀ ਬ੍ਰਾਹਮਣ ਨੇ ਵੇਦ ਆਪ ਪੜ੍ਹਨੇ ਨੇ, ਪੜ੍ਹਾਉਣੇ ਨੇ, ਉਹਨੇ ਦਾਨ ਲੈਣਾ, ਦਾਨ ਦੇਣਾ, ਜੱਗ ਕਰਨਾ, ਜੱਗ ਕਰਾਉਣਾ। ਇਹ ਛੇ ਖੱਟ ਕਰਮ ਨੇ ਉਹਨਾਂ ਦੇ। ਕਹਿੰਦੇ ਅਨੇਕਾਂ ਹੀ ਲੋਕ ਨੇ ਜਿਹੜੇ ਵੇਦਾਂ ਦੀਆਂ ਕਹਾਣੀਆਂ ਕਿਤਾਬਾਂ ਪੜ੍ਹ ਕੇ ਤੇ ਵੇਦਾਂ ਦਾ ਪ੍ਰੋਪਗੇਸ਼ਨ ਕਰਦੇ ਨੇ ਦੁਨੀਆ ਦੇ ਵਿੱਚ। ਤੇ ਦੂਜੇ ਕੀ ਉਹ 6 ਕਰਮ ਜਿਹੜੇ ਨੇ ਉਹ ਕਰੰਤਾ ਉਹ ਕਰਦੇ ਨੇ, ਉਹਨਾਂ ਦਾ ਵੀ ਕੋਈ ਅੰਤ ਨਹੀਂਗਾ। ਤੇ ਫਿਰ ਗੁਰੂ ਸਾਹਿਬ ਕਹਿੰਦੇ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ। ਇਸ ਜਿਹੜੀਆਂ 5 ਪੰਕਤੀਆਂ ਨੇ ਇਹਨਾਂ ਵਿੱਚੋਂ ਜਿਹੜੀ ਖੀਰਲੀ ਪੰਕਤੀ ਆ ਉਹਦੀ ਸਭ ਤੋਂ ਜ਼ਿਆਦਾ ਪਾਇਆਦਾਰੀ ਆ। ਤੇ ਇਹ ਮੈਂ ਸੋਚਦਾ ਵਾਂ ਵੀ ਮੈਂ ਆਪਣੇ ਦੇ ਢੁਕਾਵਾਂ ਵੀ ਕੀ ਮੈਂ ਭਗਤ ਬਣ ਗਿਆ। ਜੇ ਤਾਂ ਮੈਂ ਬਣ ਗਿਆ ਤਾਂ ਮੁਬਾਰਕ, ਜੇ ਮੈਂ ਨਹੀਂ ਬਣਿਆ ਤੇ ਮੈਂ ਅਜੇ ਬੜੀ ਦੂਰ, ਮੇਰੀ ਜਿਹੜੀ ਡੈਸਟਨੀ ਆ ਉਹ ਤੈਅ ਕਰਨੀ ਆ ਮੈਂ ਅਜੇ, ਕਿਉਂਕਿ ਮਰਨ ਤੋਂ ਪਹਿਲਾਂ ਮੈਂ ਆਪਣੇ ਸੱਚੇ ਪਾਤਸ਼ਾਹ ਨੂੰ ਪਸੰਦ ਆਉਣਾ ਵਾ। ਹਾਂਜੀ, ਵਾਹਿ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹ ਜੀ ਵਾਹ, ਮਿਹਰਬਾਨੀ ਮਾਲਕ ਦੀ ਇਹੋ ਜਿਹੀ ਸਮੱਤ ਦੇਵੇ ਸਾਰਿਆਂ ਨੂੰ। ਕਿਉਂਕਿ ਸਾਡਿਆਂ ਦੀ ਇੱਕ ਆਪਾਂ ਗੱਲ ਕਰ ਚੁੱਕੇ ਹਾਂ ਕਿ ਨਹੀਂ ਆਪਣੀ ਹੁੰਦੀ ਹੈ। ਤੇ ਕਾਰ ਸਿੰਘ ਜੀ, ਪਹਿਲੀ ਗੱਲ ਤਾਂ ਮੈਂ ਜੇ ਇਜਾਜ਼ਤ ਦਿਓ ਤੇ ਇੱਕ ਸੁਝਾਅ ਦੇਣਾ ਸੀ ਕਿ ਮਹਾਨ ਕੋਸ਼ ਜਾਂ ਕਿਸੇ ਵੀ ਕੋਸ਼ ਤੋਂ ਪਹਿਲੇ ਮੋਹਰ ਜ਼ਰੂਰ ਲਵਾ ਲਿਆ ਕਰੀਏ ਜਦੋਂ ਕੋਈ ਅਰਥ ਕਰੀਏ ਨਾ। ਬੇਅੰਤ ਤੇ ਬੇਅੰਤਾ ਜਿਹੜਾ ਲਫ਼ਜ਼ ਹੈ, ਬੇਅੰਤਾ ਜਿਹੜਾ ਹੈ ਉਹ ਬੇਅੰਤ ਤੋਂ ਬਣਿਆ ਹੈ, ਪਰ ਜਿਹੜਾ ਬੇਅੰਤ ਲਫ਼ਜ਼ ਹੈ ਜੇ ਉਹਨੂੰ ਮਹਾਨਕੋਸ਼ 'ਚ ਦੇਖੀਏ ਤੇ ਉਹਦਾ ਮਤਲਬ ਹੈ ਅਣਗਿਣਤ। ਅਣਗਿਣਤ ਦਾ ਲਫ਼ਜ਼ੀ ਮਾਇਨਾ ਹੀ ਬਹੁਤ ਹੈ। ਅਣਗਿਣਤ ਇੱਕ ਲਫ਼ਜ਼ ਨਹੀਂ ਹੋ ਸਕਦਾ। ਅਸੀਂ ਕਹੀਏ ਵੀ ਅਣਗਿਣਤ ਬੰਦਾ ਹੈ, ਕਾਰ ਸਿੰਘ ਜੀ ਤੁਸੀਂ ਅਣਗਿਣਤ ਹੋ, ਨਹੀਂ, ਉਹ ਬੰਦੇ ਸੰਗਤ ਅਣਗਿਣਤ ਹੈ, ਕਾਊਂਟਲੈਸ ਜਿਹਨੂੰ ਕਹਿੰਦੇ ਆ ਨਾ ਆਪਾਂ। ਸੋ ਉਹਦਾ ਐਕਸਪ੍ਰੈਸ਼ਨ ਗਲਤ ਹੋ ਜਾਂਦਾ ਜੇ ਅਸੀਂ ਬੇਅੰਤਾਂ ਲਗਾ ਕੇ, ਉਹਦੇ ਚ ਅਣਗਿਣਤ ਤੇ ਅਸੀਂ ਬਿੰਦੀ ਨਹੀਂ ਲਾ ਸਕਦੇ। ਬਿੰਦੀ ਸੂਚਕ ਹੈ ਪਲੂਰਲ ਦਾ, ਸੋ ਅਸੀਂ ਬਿੰਦੀ ਨੂੰ ਯੂਜ਼ ਕਰਾਂਗੇ ਪਲੂਰਲ ਦੇ ਵਿੱਚ, ਹਨਾ। ਜਿਸ ਤਰ੍ਹਾਂ ਅੰਗਾਂ ਦੇ ਵਿੱਚ, ਮੇਰੇ ਅੰਗ ਦੇ ਵਿੱਚ ਤੇ ਮੇਰੇ ਅੰਗਾਂ ਦੇ ਵਿੱਚ, ਤੇਰੇ ਰੰਗ ਦੇ ਵਿੱਚ ਤੇ ਤੇਰੇ ਅੰਗਾਂ ਦੇ ਵਿੱਚ। ਸੋ ਇਸ ਤਰ੍ਹਾਂ ਮੈਂ ਮਹਾਨ ਕੋਸ਼ ਦੇ ਵਿੱਚੋਂ ਦੇਖ ਕੇ ਤੇ ਬੇਅੰਤ ਜਿਹੜਾ ਉਹਦਾ ਮੈਂ ਨਾ ਅਣਗਿਣਤ। ਤੇਰੀ ਭਗਤ ਤੁਸੀਂ ਸਟਾਰਟ ਬਿਲਕੁਲ ਮੇਰੇ ਵਾਂਗੂ ਕੀਤਾ, ਜਿੱਦਾਂ ਆਪਾਂ ਸਲਾਹ ਕਰਕੇ ਆਏ ਹੁੰਦੇ ਆ। ਤੇ ਵਾਹ ਮਾਲਕ ਤੇ ਦੋਵਾਂ ਸਿਰਿਆਂ ਦਾ ਖਸਮ ਆਪ ਹੀ ਹੁੰਦਾ ਹੈ। ਜਿਹੜੀਆਂ 5 ਲਾਈਨਾਂ ਨੇ ਨਾ, ਇਦਾਂ ਲੱਗਦਾ ਹੈ ਵੀ ਗੁਰੂ ਸਾਹਿਬ ਨੇ ਇਸੇ ਕਰਕੇ ਸ਼ਾਇਦ ਮਾਲਕ ਨੇ ਮੱਤ ਦਿੱਤੀ ਕਿ ਆਪਾਂ ਗੋਲੀ ਨਾ ਵਟੀਏ, ਇੱਕੋ ਕਲਾਸ ਦੇ ਵਿੱਚ 5 ਸਟੈਂਜ਼ੇ ਕਰ ਲਈਏ। ਕਿਤੇ ਤੇ ਜਾ ਸਕਦੇ ਨੇ, ਪੂਰਾ ਸੋਦਰ ਜਿਹੜਾ ਇੱਕ ਕਲਾਸ 'ਚ ਹੋ ਸਕਦਾ ਹੈ, ਦੇयर इज नो ਪ੍ਰੋਬਲਮ। ਪਰ ਦ ਵੇ ਵੀ ਆਰ ਗੈਟਿੰਗ ਇਨਟੂ ਦ ਡੈਪਥ, ਤੇ ਮੈਨੂੰ ਲੱਗਿਆ ਸੀ ਵੀ ਆਪਾਂ ਇਹਦਾ ਸਿੰਗਲ ਕਰੀਏ। ਪਹਿਲੀਆਂ 2 ਲਾਈਨਾਂ ਭਗਤ ਦੀਆਂ ਨੇ। ਹੁਣ ਭਗਤ ਕਰ ਲਈਏ ਵਿਆਕਰਨਕ ਤੌਰ ਤੇ, 3 ਤਰ੍ਹਾਂ ਦੇ ਨਾਲ ਭਗਤ ਆਇਆ, ਉਚਾਰਨ ਤਿੰਨਾਂ ਦਾ ਇੱਕੋ ਹੀ ਹੈ। ਇੱਕ ਭਗਤ ਹੈ, ਤੁਸੀਂ ਦੇਖੋ ਪਹਿਲੀ ਤੁਕ ਦੇ ਵਿੱਚ ਤੇਰੀ ਭਗਤ ਸਿਹਾਰੀ ਦੇ ਨਾਲ ਹੈ। ਦੂਜੀ ਲਾਈਨ ਦੇ ਵਿੱਚ ਤੇਰੇ ਭਗਤ, ਉਚਾਰਨ ਦੋਵਾਂ ਦਾ ਇੱਕੋ ਹੀ ਹੈ, ਪਰ ਜਿਹੜੇ ਦੂਸਰਾ ਲਾਈਨ ਦਾ ਭਗਤ ਹੈ ਉਹ ਪਲੂਰਲ। ਤੇਰੇ ਭਗਤ, ਤੇਰਾ ਭਗਤ ਨਹੀਂ ਕਿਹਾ। ਜੇ ਤੇਰਾ ਭਗਤ ਹੈਗਾ ਤੇ ਤੱਤੇ ਨੂੰ ਔਂਕੜ ਆ ਜਾਏਗਾ। ਫਿਰ ਤੇਰੀ ਭਗਤ, ਤੇਰੀ ਭਗਤੀ। ਭਗਤ ਜਦੋਂ ਸਿਹਾਰੀ ਦੇ ਨਾਲ ਆਉਂਦਾ ਹੈ ਤੇ ਉਹ ਫੈਮਿਨਿਨ ਜੈਂਡਰ ਹੈ, ਇਸਤਰੀ ਲਿੰਗਵਾਚਕ ਹੈ। ਭਗਤ ਜਦੋਂ
ਮੁਕਤਾ ਆਉਂਦਾ ਹੈ ਤੇ ਪਲੂਰਲ ਵਾਚੀ ਹੈ, ਭਗਤ ਜਦੋਂ ਔਂਕੜ ਦੇ ਨਾਲ ਆਉਂਦਾ ਹੈ ਤੇ ਸਿੰਗੂਲਰ ਵਾਚੀ ਹੈ। ਹੁਣ ਬੇਅੰਤ ਦਾ ਮਤਲਬ ਐਨੋਰਮਸ। ਹੁਣ ਪਾਤਸ਼ਾਹ ਸ਼ੁਰੂਆਤ ਕਰਦੇ ਨੇ ਪਹਿਲੀਆਂ 2 ਲਾਈਨਾਂ 'ਚ ਭਗਤ ਤੇ ਭਗਤੀ ਦੀ ਗੱਲ ਕਰ ਰਹੇ ਨੇ। ਦੂਜੀਆਂ 2 ਲਾਈਨਾਂ ਦੇ ਵਿੱਚ ਜਿਹੜਾ ਪ੍ਰਚਲਿਤ ਕਰਮ ਕਾਂਡ ਹੈ ਉਹਦੀ ਗੱਲ ਕਰ ਰਹੇ ਨੇ। ਸੋ ਮੈਨੂੰ ਇਹ ਦੇਖਣਾ ਪਏਗਾ ਕਿ ਮੈਂ ਵੀ ਤੇ ਨਹੀਂ ਕਿਧਰੇ ਉਹਨਾਂ ਦੇ ਵਿੱਚ ਹੀ ਫਿੱਟ ਹੋਇਆ। ਪਾਤਸ਼ਾਹ ਕਹਿੰਦੇ ਨੇ, ਤੇ ਆਖਰੀ ਲਾਈਨ ਦੇ ਵਿੱਚ ਡਿਡਕਸ਼ਨ ਹੈ, ਸਾਰੀ ਕਨਕਲੂਜਨ ਆ। ਪਾਤਸ਼ਾਹ ਕਹਿੰਦੇ ਨੇ ਕਿ ਤੇਰੀ ਭਗਤ ਭੰਡਾਰ ਜੀ। ਹੁਣ ਇਹਨੂੰ ਜੇ ਪਿਛਲੇ ਨਾਲ ਲਾਈਏ ਤੇ ਸਭ ਧਿਆਵੇਂ ਪੰਜੇ ਦੇ ਪੰਜੇ ਜਿਹੜੇ ਨੇ, ਜੇ ਰੈਫਰੈਂਸ ਟੂ ਦੀ ਕੰਟੈਕਸਟ ਦੇਖੀਏ ਤੇ ਤੁਸੀਂ ਸਾਰੇ ਸਿਆਣੇ ਹੋ, ਤੁਸੀਂ ਰੈਫਰ ਕਰ ਸਕਦੇ ਹੋ, ਪਰ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਅਸੀਂ ਕਨਕਲੂਡ ਕਰੀਏ ਸਾਰਾ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ। ਕਿੰਨੇ ਕੁ ਭੰਡਾਰ, ਆਸਣ ਲੋਏ ਭੰਡਾਰ ਅਸੀਂ ਪੜ੍ਹ ਕੇ ਮੈਂ ਬਾਰ-ਬਾਰ ਇਸ ਗੱਲ ਨੂੰ ਮਹਿਸੂਸ ਕਰਕੇ ਤੇ ਆਪ ਜੀ ਨਾਲ ਸ਼ੇਅਰ ਕਰ ਰਿਹਾ ਕਿ ਇਹ ਜਿਹੜੀਆਂ 13 ਅੰਕ ਨੇ ਨਾ ਸ਼ੁਰੂ ਦੇ ਵਿੱਚ, ਇਟ ਇਜ਼ ਵੈਰੀ ਮੀਨਿੰਗਫੁਲ। ਸਾਨੂੰ ਨਹੀਂ ਸਮਝ ਆਈ ਇਹ ਦੂਸਰੀ ਗੱਲ, ਪਰ ਇਟ ਇਜ਼ ਵੈਰੀ ਮੀਨਿੰਗਫੁਲ, ਵੈਰੀ ਡੀਪ। ਮਾਲਕ ਦੀ ਕੋਈ ਜ਼ਰੂਰ ਇਹਦੇ 'ਚ ਮਸਲਿਹਤ ਸੀਗੀ, ਕਿਉਂਕਿ ਇਸ ਤਾਂ ਹੀ ਉਹਨਾਂ ਨੇ ਨਿਤਨੇਮ ਰੂਪੀ ਬਾਣੀ ਦੇ ਵਿੱਚ ਸਾਨੂੰ ਕੋਈ ਡਾਇਰੈਕਟਿਵ ਨਹੀਂ ਹੈਗਾ, ਪਰ ਅਸੀਂ ਸਮਝ ਸਕਦੇ ਹਾਂ ਕਿ ਸ਼ਾਇਦ ਨਿਤਨੇਮ ਉਸ ਵੇਲੇ ਇਹ ਹੁੰਦਾ ਹੋਏਗਾ, ਤਾਂ ਹੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਹਨੂੰ ਇੰਦਰਾਜ ਕੀਤਾ ਇਹਦੇ ਸ਼ੁਰੂ 'ਚ। ਹੁਣ ਉੱਥੇ ਆਸਣ ਲੋਏ ਭੰਡਾਰ ਜੋ ਕੁਛ ਪਾਇਆ ਸੋਏ, ਇੱਥੇ ਕਹਿੰਦੇ ਨੇ ਤੇਰੀ ਭਗਤ ਭੰਡਾਰ ਜੀ। ਹੁਣ ਉੱਥੇ ਜਿਹੜੇ ਭੰਡਾਰ ਨੇ ਉਹ ਹੋਰ ਨੇ, ਇੱਥੇ ਭਗਤੀ ਦੇ ਭੰਡਾਰੇ ਭਰੇ ਪਏ ਨੇ। ਕਿੰਨੇ ਲੋਕ ਨੇ, ਕੋਈ ਇੱਕ ਬੰਦੇ ਦੀ ਥੋੜੀ ਗੱਲ ਹੋ ਰਹੀ ਹੈ। 14 ਲੋਕ ਨੇ, ਹੈ ਨਾ, 9 7 14 3 4 ਕਰ ਮਹਿਲਤ ਚਾਲ ਬਾਲੀ, ਚਾਰੇ ਦੀਵੇ ਚੌ ਹੱਥ ਦੀਏ ਏਕਾ ਏਕਾ ਵਾਰੀ, ਮਿਹਰਬਾਨ ਮਧੂਸੂਦਨ ਮਾਧੋ ਐਸੀ ਸ਼ਕਤ ਤੁਮਾਰੀ। ਮਾਲਕ ਦੀ ਬੇਅੰਤਤਾ ਹੈ ਸਾਰੇ ਸੋਦਰ ਤੇ ਸੋਪੁਰਖ ਦੇ ਵਿੱਚ। ਸੋ ਫਾਰ ਇਹੀ ਲਿਆ ਮੈਨੂੰ, ਕਰੈਕਟ ਮੀ ਇਫ ਆਈ ਐਮ ਰੋਂਗ। ਹੁਣ ਪਾਤਸ਼ਾਹ ਕਹਿੰਦੇ ਨੇ ਕਿ ਭਗਤੀ ਦੇ ਵੀ ਬੜੇ ਭੰਡਾਰ। ਲੋਕ ਮੁਖਤਲਿਫ ਸੋਚਾਂ ਦੇ ਨਾਲ ਆਪਣੇ ਆਪਣੇ ਓਪੀਨੀਅਨ, ਆਪਣੇ ਆਪਣੇ ਤਰੀਕਿਆਂ ਦੇ ਨਾਲ ਭਗਤੀ ਪੇ ਕਰਦੇ। ਔਰ ਖਿਆਲ ਰਹੇ ਇਹ ਉਹ ਭਗਤੀ ਨਹੀਂ ਹੈ, 9 ਤਰ੍ਹਾਂ ਦੀ ਭਗਤੀ ਸ਼ਾਸਤਰਾਂ 'ਚ ਆਉਂਦੀ ਹੈ ਤੇ ਗੁਰਬਾਣੀ ਨੇ ਉਹਨੂੰ ਮੈਂਸ਼ਨ ਵੀ ਕੀਤਾ ਹੋਇਆ, ਭਗਤ ਨਵੇਂ ਪ੍ਰਕਾਰਾ। 9 ਤਰ੍ਹਾਂ ਦੀ ਭਗਤੀ ਉਹ ਸਾਰੀ ਦੁਨੀਆ ਕਰਦੀ ਪਈ, ਸਾਰੀ ਭਗਤੀ ਲੋਕ ਕਰਦੇ ਪਏ ਨੇ। ਤੇ ਕਹਿੰਦੇ ਵੀ ਔਰ ਸਾਹਿਬ ਸਿੰਘ ਜੀ ਨੇ, ਜੇ ਫॉर योर ਰੈਫਰੈਂਸਿਸ, ਜੇ ਤੁਸੀਂ ਚਾਹੋ ਕਿ ਮੈਨੂੰ ਨਹੀਂ ਯਾਦ 9 ਤਰ੍ਹਾਂ ਦੀ ਭਗਤੀ, ਪਰ ਜੇ ਤੁਸੀਂ ਉਹਨੂੰ ਕੱਢੋਗੇ ਭਗਤ ਨਵੇਂ ਪ੍ਰਕਾਰਾ, ਤੇ ਉਹਦੇ ਵਿੱਚ ਉਹ ਉਸ ਸ਼ਬਦ ਦੇ ਵਿੱਚ ਸਾਹਿਬ ਸਿੰਘ ਨੇ ਉਹਦੇ ਇਲਸਟ੍ਰੇਸ਼ਨ ਕੀਤੀ ਹੋਈ। ਹੁਣ ਅਲੱਗ-ਅਲੱਗ ਤਰ੍ਹਾਂ ਦੀ ਭਗਤੀ ਲੋਕ ਕਰ ਰਹੇ ਨੇ, ਉਹਦੇ ਭੰਡਾਰੇ ਭਰੇ। ਇਹ ਉਹਨਾਂ ਭਗਤੀਆਂ ਦੀ ਗੱਲ ਨਹੀਂ ਹੋ ਰਹੀ ਕਿ ਚਲੋ ਜੀ ਸੰਪਟ ਕਰ ਲਓ, ਜਾਂ ਜਿਹੜਾ ਉਹ ਕਿਰਿਆ ਕਰਮ 'ਚ ਆਏਗਾ, ਆਪਣਾ ਕਰਮ ਕਾਂਡ 'ਚ ਆਏਗਾ ਅੱਗੇ ਚੱਲ ਕੇ। ਪਰ ਐਕਚੁਅਲ ਦੇ ਵਿੱਚ ਤੇਰੇ ਭਗਤ ਜਿਹੜੇ ਨੇ, ਉਹ ਮਤਲਬ ਤੇਰੇ ਜਿਹੜੇ ਜਨ ਨੇ, ਤੈਨੂੰ ਮੰਨਣ ਵਾਲੇ ਨੇ, who have adorance for you, ਉਹ ਤੈਨੂੰ ਭਗਤ ਕਰਦੇ ਨੇ, ਤੈਨੂੰ ਚਾਹੁੰਦੇ ਪਏ ਨੇ। ਹੁਣ ਜੇ ਭਗਤੀ ਇੰਨੀ ਹੈਗੀ ਏ ਤੇ ਭਗਤ ਵੀ ਘੱਟ ਨਹੀਂ ਹੈਗੀ। ਤੇਰੇ ਭਗਤ ਸਲਾਹਨ ਤੁਝ ਜੀ, ਹਰ ਅਨੇਕ ਅਨੰਤਾ। ਇਹ ਵੀ ਕਿਉਂਕਿ ਪਲੂਰਲ ਵਾਚੀ ਹੈ, ਇਸ ਕਰਕੇ ਬਿੰਦੇ ਦਾ ਉਚਾਰਨ ਨਹੀਂ ਹੋਏਗਾ। ਅਨੇਕ ਇਹ ਸਾਰੇ ਸਿਨੋਨਿਮਸ ਨੇ। ਹੁਣ ਕਹਿੰਦੇ ਜੇ ਭਗਤੀ ਇੰਨੀ ਹੋ ਰਹੀ ਹੈ ਤੇ ਭਗਤ ਵੀ ਨੇ, ਐਸੀ ਗੱਲ ਨਹੀਂ।
देयर इज नो डर्थ। ਵੀ ਉਹ ਗੁਰਸਿੱਖ ਜੋਗੀ, ਹੁਣ ਅਸੀਂ ਕੀ ਸਮਝਦੇ ਹਾਂ ਭਗਤ ਕਿਹੜਾ ਹੈ? ਇਹ ਮਾਲਾ ਪਾਈ ਹੋਈ ਹੈ ਜਾਂ ਮਾਲਾ ਫੇਰਦਾ ਪਿਆ ਹੈ। ਉਹ ਇੱਥੇ ਉਹ ਕਈਆਂ ਦਾ ਮੈਂ ਦੇਖਿਆ ਵੀ ਉਹ ਇੱਕ ਤੇ ਦੇਖਿਆ ਵੀ ਇੱਥੇ ਜਿਹੜਾ ਉਹ ਪਾਇਆ ਹੁੰਦਾ ਨਾ ਮਣਕਿਆਂ ਵਾਲਾ, ਉਹ ਇੰਨਾ ਟਾਈਟ ਹੋ ਚੁੱਕਾ, ਜਿੱਦਾਂ ਕੜਾ ਟਾਈਟ ਹੋ ਜਾਂਦਾ ਹੈ ਵੀ ਉਹ ਉਤਰ ਨਹੀਂ ਸਕਦਾ। ਤੇ ਮੈਂ ਉਹਨੂੰ ਕਿਹਾ ਜੀ ਕਿ ਉਤਰ ਜਾਂਦਾ? ਕਹਿੰਦਾ ਨਹੀਂ, ਇਹ ਟਾਈਟ ਹੋ ਗਿਆ। ਮੈਂ ਕਿਹਾ ਫਿਰ ਉਹਨੂੰ ਜਪਦੇ ਕਿਉਂ? ਕਹਿੰਦਾ ਨਹੀਂ ਜੀ ਬਸ ਉਹ ਜਿਹੜਾ ਉਤਰ ਹੀ ਨਹੀਂ ਸਕਦਾ। ਉਹ ਕੜੇ ਹੱਥ 'ਚ ਤੇ ਇਸ ਕਰਕੇ ਪਾਉਂਦੇ ਆ ਕਿ ਦਿਲ ਕੀਤਾ ਤੇ ਹੱਥ 'ਚੋਂ ਲਾ ਲਿਆ ਤੇ ਏਦਾਂ ਏਦਾਂ ਫੇਰ ਲਿਆ। although that's another issue ਕਿ ਅਸੀਂ ਉਹਨੂੰ ਫੇਰਨਾ ਵੀ ਹੈ ਕਿ ਨਹੀਂ, ਪਰ ਉਹ ਵੀ ਹੈਗੇ ਨੇ ਉਹ ਵਾਲੇ ਭਗਤ, ਜਾਂ ਮੱਥੇ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਮ ਖਲੌਣਾ ਜਨ, ਉਹ ਵਾਲੇ ਭਗਤ, ਜਾਂ ਜਿਹੜੇ ਗੁਰਦੁਆਰੇ ਬੈਠਦੇ ਆ ਤੇ ਬਿਲਕੁਲ ਏਦਾਂ ਜਾ ਕੇ ਬੈਠ ਗਏ, ਵੀ ਬੜਾ ਮਨ ਜੁੜਿਆ ਹੋਇਆ ਹੈ। ਤੇ ਉਹਨਾਂ ਨੂੰ ਕਈ ਵਾਰੀ ਜੇ ਪੁੱਛੋ ਵੀ ਉਹ ਜੀ ਕਮਾਲ ਹੋ ਗਿਆ ਜੋ ਭਾਈ ਸਾਹਿਬ ਜੀ ਨੇ, ਗਿਆਨੀ ਜੀ ਨੇ ਜਿਹੜਾ ਸ਼ਬਦ ਪੜਿਆ ਨਾ ਤੀਸਰਾ, ਕਹਿੰਦਾ ਜੀ ਕਿਹੜਾ ਤੀਸਰਾ? ਉਹ ਕਹਿੰਦਾ ਨਹੀਂ ਮੈਨੂੰ ਧਿਆਨ। ਭਾਈ ਤੇਰੀ ਤੇ ਸੁਰਤ ਜੁੜੀ ਹੋਈ ਸੀ ਤੇ ਤੈਨੂੰ ਪਤਾ ਨਹੀਂ ਵੀ ਤੀਸਰਾ ਸ਼ਬਦ ਕਿਹੜਾ ਪੜਿਆ ਹੋਇਆ? There are so many bhikkhis like us, like me, not us. So ਕੀ ਮੈਂ ਉਸ ਭਗਤ ਨੂੰ ਭਗਤ ਮੰਨਾਂ? ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ, ਜਾਂ ਅਸਲੀ ਭਗਤੀ ਉਹਨੂੰ ਮੰਨਾ ਜਿਨ੍ਹਾਂ ਨੇ ਤੈਨੂੰ ਤੇਰੇ ਰਾਹ ਤੇ ਤੁਰਨ ਨੂੰ ਹੀ ਆਪਣਾ ਰਾਹ ਬਣਾਇਆ ਹੋਇਆ। ਉਹਨਾਂ ਦਾ ਗੋਲ ਹੀ ਇਹੀ ਹੈ। ਅਸੀਂ ਕਹਿੰਦੇ ਹਾਂ ਕਿ ਅਸੀਂ ਸਚਿਆਰ ਬਣਦੇ ਪਏ ਹਾਂ, ਉਹ ਨਹੀਂ, ਦੁਨੀਆ ਭਰੀ ਪਈ ਹੈ। ਇੱਕ ਚੜ੍ਹਨ ਦੀਆਂ ਕੋਈ ਨਾ ਜਾਣੇ ਮੇਰਾ ਨਾਮ ਜੀ। ਫਿਰ ਹੁਣ ਆਉਂਦੇ ਨੇ ਜਿਹੜਾ ਕਰਮ ਕਾਂਡ, ਤੇਰੀ ਅਨੇਕ ਕਰੇ ਹਰ ਪੂਜਾ ਜੀ। ਤੇ ਕਈ ਕੀ ਕਰਦੇ ਨੇ? ਤਪ ਤਾਪੈ ਜਪੈ ਬੇਅੰਤਾ। ਕਈ ਤਪ ਪੇ ਲਾ ਕੇ ਬੈਠੇ ਨੇ ਵਿਦਾਊਟ ਅੰਡਰਸਟੈਂਡਿੰਗ ਕਿ ਤਪ ਦੇ ਨਾਲ ਮੈਨੂੰ ਮਿਲੂਗਾ ਕਿ ਨਹੀਂ। ਕਈ ਉਹ ਪਹਾੜਾਂ ਦੀਆਂ ਕੰਦਰਾਂ 'ਚ ਬੈਠੇ ਨੇ, ਉਹ ਵੀ ਹੈਗੇ ਨੇ। ਉਹ ਜੋਗੀ ਜਤੀ ਤਪੀ ਪਚ ਹਾਰੇ ਜਬ ਕੇ ਮਰ ਗਏ। ਔਰ ਬਹੁ ਲੋਕ ਸਿਆਣੇ ਪਰ ਹਰ ਕੀ ਗਤ ਨਾ ਕੋ ਜਾਣੇ। ਇਹ ਵੀ ਹੈਗਾ। ਫਿਰ ਸਾਡੇ ਵਰਗੇ ਵੀ ਨੇ, ਪਾਠ ਪੜ੍ਹਿਓ, ਪਾਠ ਜ਼ਰੂਰ ਕਰੋ। ਉਹ ਮੇਰਾ ਪਾਠ ਦਾ ਟਾਈਮ ਹੋ ਗਿਆ, ਉਹ ਮੇਰਾ ਪਾਠ ਰਹਿ ਗਿਆ। ਔਰ ਵੇਦ ਵਿਚਾਰਿਓ। ਮੈਂ ਨਹੀਂ ਕਹਿ ਰਿਹਾ ਕਰਨਾ ਕਿ ਨਹੀਂ ਕਰਨਾ, ਖਿਆਲ ਰਹੇ, ਮੈਂ ਸਿਰਫ ਆਪਣੀ ਇਨਕਲੀਨੇਸ਼ਨ ਦੀ ਗੱਲ ਕਰ ਰਿਹਾ। ਉਸ ਭਾਵਨਾ ਦੇ ਨਾਲ ਵਿਚਾਰ ਕਰਦੇ ਹਾਂ। ਨਹੀਂ, ਵਿਚਾਰ ਨਹੀਂ ਛੱਡਣੇ ਅਸੀਂ। ਵੈਰੀ ਗੁੱਡ। ਨਿਮਲ ਭੁਜੰਗਮ ਸਾਧੇ, ਆਪਣੇ ਸਰੀਰ ਨੂੰ ਸਾਫ਼ ਰੱਖਣ ਦੇ ਲਈ, ਮਨ ਨੂੰ ਨਹੀਂ। ਇਹ ਜੋ ਕੁਝ ਵੀ ਅਸੀਂ ਕਰ ਰਹੇ ਹਾਂ, ਜੋ ਗੁਰੂ ਸਾਹਿਬ ਬਿਆਨ ਕਰ ਰਹੇ ਨੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਇਹ ਹੈਗਾ ਸਰੀਰਕ ਤਲ ਤੇ। ਖਿਆਲ ਰਹੇ ਕਿ ਕੀ ਅਸੀਂ ਮੈਂ ਕਿਉਂਕਿ ਥੋੜਾ ਇਸ ਗੱਲ ਨਾਲ ਫਟਾਫਟ ਜਵਾਬ ਦੇਣਾ, ਆਪਾਂ ਨੂੰ ਕੋਈ ਟਾਈਮ ਥੋੜਾ ਹੋਊਗਾ, ਕਿ ਅਸੀਂ ਜੋ ਅੱਜ ਤੱਕ ਸਮਝ ਪਾਏ ਹਾਂ ਗੁਰਬਾਣੀ ਨੂੰ, ਕਿ ਗੁਰਬਾਣੀ ਨੂੰ ਪੜ੍ਹਨਾ, ਵਿਚਾਰਨਾ, ਕਮਾਉਣਾ, ਜਿਉਣਾ ਸਰੀਰ ਦੇ ਤਲ ਤੇ ਹੈ ਕਿ ਮਨ ਦੇ ਤਲ ਤੇ ਹੈ? ਕੁਇਕ। ਮਨ ਦੇ ਤਲ ਤੇ। ਥੈਂਕ ਯੂ। ਫਿਰ ਸਰੀਰ, ਗੁਰੂ ਸਾਹਿਬ ਉਹਦੀ ਗੱਲ ਕਰ ਰਹੇ ਨੇ। ਤਾਪੈ ਜਪੈ ਬੇਅੰਤਾ। ਸਰੀਰ ਨੂੰ ਠੰਡੇ ਪਾਣੀ 'ਚ ਰੱਖ ਲਿਆ, ਸਰੀਰ ਨੂੰ ਪੁੱਠਾ ਟੰਗ ਲਿਆ, ਵਾਲ ਆਪਣੇ ਸਰੀਰ ਦੇ
ਉਹ ਬੰਨ ਲਏ ਕਿਧਰੇ, ਬਰਫ਼ ਦੇ ਵਿੱਚ ਬਹਿ ਗਏ, ਜੋ ਪੁੱਠੇ ਸਿੱਧੇ ਕੰਮ, ਮਤਲਬ ਉਹਨਾਂ ਦੇ ਹਿਸਾਬ ਨਾਲ ਸਿੱਧੇ ਕੰਮ, ਪਰ ਗੁਰੂ ਸਾਹਿਬ ਦੇ ਹਿਸਾਬ ਨਾਲ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਕੋਈ ਵੀ ਕੰਮ ਕਰਨਾ, ਕਿਉਂ? ਸਹਿਜ ਨਹੀਂ ਪ੍ਰਾਪਤ ਹੋਏਗਾ। ਸਾਡਾ ਰਸਤਾ ਸਹਿਜ ਮਾਰਗ ਦਾ, ਗੁਰੂ ਸਾਹਿਬ ਦਾ ਰਸਤਾ ਸਹਿਜ ਮਾਰਗ। ਹੁਣ ਉਹ ਕਹਿੰਦੇ ਵੀ ਏਦਾਂ ਤੇ ਹੋ ਨਹੀਂ ਸੀ ਸਕਦਾ। ਹੁਣ ਇੱਕ ਥਾਂ ਤੇ ਫੇਰ ਭਗਤੀ ਕਰਨੀ ਕਿਹੜੀ ਹੈ? ਮੈਂ ਕੈਨ ਸਮਵਨ ਟੈਲ? ਮੈਂ ਭਗਤੀ ਕੀਤੀ, ਮੈਂ ਭਗਤ ਨਹੀਂ ਹੋਣਾ ਚਾਹੁੰਦਾ, ਪਰ ਮੈਂ ਭਗਤੀ ਕੀਤੀ। ਨਾਮ ਸਿਮਰਨ ਦੀ ਨਹੀਂ ਸਿਰਫ ਮੈਂ ਕੀਤੀ, ਪਰ ਮੈਂ ਬਣਨਾ ਕੀ ਹੈ? ਬਣਨਾ ਕੀ? ਸੱਚਿਆ ਭਰੇ ਭੰਡਾਰ ਮਾਲਕ ਨੇ ਭੰਡਾਰ ਭਰੇ ਹੋਏ ਨੇ ਭਗਤੀ ਦੇ। ਉਹਨਾਂ ਭੰਡਾਰਿਆਂ ਚ ਹੈ ਕੀ ਹੈ? ਭਗਤ ਨੂੰ ਕੀ ਮਿਲਦਾ ਹੈ? ਮਨ ਦੀ ਸ਼ਾਂਤੀ। ਮੈਨੂੰ ਪਛਾਣ ਕਿੱਥੋਂ ਮਿਲੇਗੀ? ਅਸੀਂ ਕਿੱਦਾਂ ਪਛਾਣਾਂਗੇ ਵੀ ਇਹ ਬੰਦਾ ਬੜਾ ਭਗਤ ਹੈ? ਬਈ ਅਗੇਨ ਮੈਂ ਗੱਲ ਕਰ ਰਿਹਾ ਦੁਨੀਆਦਾਰੀ ਦੀ ਨਹੀਂ, ਐਕਚੁਅਲ ਦੇ ਵਿੱਚ ਅੰਦਰੋਂ ਕੀ ਫੁੱਟੇਗਾ ਜਿਹੜਾ ਦੱਸੇਗਾ ਕਿ ਇਹ ਸਚਿਆਰ ਬੰਦੇ ਰਾਹ ਤੇ ਬਾਣੀ ਜਿਉਂਦਾ ਪਿਆ। ਇੱਕ ਹੋਰ ਆਪਾਂ ਕਈ ਵਾਰੀ ਗੱਲ ਕੀਤੀ ਹੋਈ, ਗੁਰੂ ਦਾ ਮਹਿਣਾ ਕੀ ਹੈ? ਗੁਰੂ ਸਾਨੂੰ ਕੀ ਦਿੰਦਾ ਹੈ? ਹਾਂਜੀ, ਮਤ ਗਿਆਨ। there we go। ਇਹ ਭੰਡਾਰ ਹੈ ਗਿਆਨ ਦਾ, ਮਤ। ਇੱਥੇ ਘੜੀਏ ਭੁੱਲ ਗਏ। ਜੇ ਕਿਧਰ, ਮੈਨੂੰ ਤਾਂ ਕਈ ਵਾਰੀ ਏਦਾਂ ਲੱਗਦਾ ਕਿ ਸਿਰਫ 13 ਅੰਕ ਦਾ ਹੀ ਕੋਈ, ਮਤਲਬ ਲੋਕ ਤੇ ਇੱਕੋ ਹੀ ਅੱਖਰ ਨੂੰ ਸਮਝਦੇ ਪਏ ਨੇ ਵੀ ਇੱਕੋ ਅੱਖਰ ਨੂੰ ਲੱਟ ਲਈਏ ਤੇ ਤਰ ਗਏ, 1430 ਨੂੰ ਪਾਸੇ ਰੱਖ ਦਿਓ। ਪਰ ਮੈਨੂੰ ਲੱਗਦਾ ਵੀ ਨਹੀਂ, ਗੁਰੂ ਸਾਹਿਬ ਨੇ ਕਿਸੇ ਕੋਈ ਮਸਲਹਤ ਹੋਏਗੀ ਜਿਹੜੇ 1430 ਅੰਕ 29 ਅੰਕ ਲਿਖੇ। ਪਰ ਕਈ ਵਾਰੀ ਲੱਗਦਾ ਕਿ ਜੇ 13 ਨੂੰ ਚੰਗੀ ਤਰ੍ਹਾਂ ਘੋਖ ਲਈਏ ਨਾ, ਰੱਟ ਲਈਏ, ਤੇ ਸਾਡੇ ਲਈ ਬਾਕੀ ਸਾਰੇ ਅੰਕ ਸਮਝਣੇ ਸੌਖੇ। ਗਿਆਨ, ਗੁਰੂ ਦਾ ਨਾਮ ਹੀ ਗਿਆਨ ਹੈ ਭਾਈ। ਗੂ ਤੇ ਰੂ ਜਿਹਨੇ ਹਨੇਰਾ ਦੂਰ ਕਰ ਦਿੱਤਾ ਉਹ ਬੰਦਾ। ਗੁਰੂ ਦਿੰਦਾ ਹੀ ਸਾਨੂੰ ਗਿਆਨ ਹੈ। ਸਿਰਫ ਗੁਰੂ ਦਾ ਕੰਮ ਹੀ ਅਗਿਆਨ ਅੰਧੇਰਾ ਕੱਟਣਾ। ਗੁਰ ਗਿਆਨ ਪ੍ਰਚੰਡ ਬੁਲਾਇਆ ਹੈ। ਸੋ ਭਗਤੀ ਦੇ ਭੰਡਾਰ ਕਿਹੜੇ ਨੇ? ਗਿਆਨ। ਹੁਣ ਜਦੋਂ ਮਾਲਕ ਕਹਿੰਦਾ ਹੈ ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਕੀ ਮਤਲਬ ਉਹਦਾ? ਵਿਨ ਗੁਣ ਕੀਤੇ ਭਗਤ ਨਾ ਹੋਏ। ਮੈਨੂੰ ਸਮਝ ਆਉਣੀ ਚਾਹੀਦੀ ਹੈ ਨਾ ਬਾਬਾ, ਕਿ ਸਿੱਖ ਦੀ ਭਗਤੀ ਜਿਹੜੀ ਹੈ ਗੁਣਾਂ ਦਾ ਸੰਗ੍ਰਹਿ ਕਰਨਾ ਹੈ, ਗੁਣਾਂ ਨੂੰ ਇਕੱਠਿਆਂ ਕਰਨਾ ਹੈ। ਉਹ ਗੁਣ ਤੇ ਮੇਰੇ ਉੱਥੇ ਦੇ ਉੱਥੇ ਹੀ ਨੇ, ਤੇ ਮੈਂ ਕਹਾਂ ਕਿ ਮੈਂ ਬੜਾ ਭਗਤ ਹੋ ਗਿਆ। ਸੋ ਗੁਣਾਂ ਦੀ ਭਗਤੀ, ਗੁਣਾਂ ਦਾ ਭੰਡਾਰ। ਸਵਾਲ ਇਹ ਹੈ ਕਿ ਮੈਂ ਕਿੱਦਾਂ ਇਫੈਕਟਡ ਹਾਂ? ਫਿਰ ਕੀ ਮੇਰੇ ਕੋਲ ਵੀ ਕੋਈ ਭਗਤੀ ਹੈ? ਇਹ ਸਾਡੇ ਸਾਰਿਆਂ ਦਾ ਵਿਚਾਰ। ਅਸੀਂ ਵੀ ਹੈਵ ਟੂ ਇੰਟਰੋਸਪੈਕਟ, ਰੈਟਰੋਸਪੈਕਟ ਐਂਡ ਇਵੈਲੂਏਟ ਆਵਰਸੈਲਵਸ ਕਿ ਮੈਂ ਕਿਧਰੇ ਐਵੇਂ ਹੀ ਤੇ ਨਹੀਂ ਮਾਰੀ ਜਾ ਰਿਹਾ, ਪਾਣੀ 'ਚ ਹੀ ਡਾਂਗ ਮਾਰੀ ਜਾ ਰਿਹਾ। ਸੋ ਪਾਤਸ਼ਾਹ ਕਹਿੰਦੇ ਨੇ, ਗਿਆਨੀ ਗੁਰ ਬਿਨ ਭਗਤ ਨਾ ਹੋਏ। ਮੇਰੇ ਵਰਗੇ ਨੂੰ ਕਿਹਾ, ਤੁਸੀਂ ਆਪਣੇ ਆਪ ਨੂੰ ਜੇ ਗਿਆਨਵਾਨ ਕਹਿੰਦੇ ਹੋ, ਮੈਨੂੰ ਬੜੀ ਸਮਝ ਆ ਗਈ ਹੈ, ਇਹ ਸਾਡੇ ਲਈ ਹੈ ਕਿ ਗਿਆਨੀ ਖਿਆਲ ਕਰੀ ਪੁੱਤਰ, ਗਿਆਨੀ ਤੇ ਤੂੰ ਹੈਗਾ। ਅਸੀਂ ਤੇ ਜਣੇ ਖਣੇ ਨੂੰ ਗਿਆਨੀ ਕਹਿੰਦੇ ਆ। ਗਿਆਨੀ ਗੁਰ ਬਿਨ ਭਗਤ ਨਾ ਹੋਈ। ਸੌਰੀ, ਕਿੱਦਾਂ? ਕਹਿੰਦੇ ਕੋਰੇ ਰੰਗ ਕਦੇ ਨਾ ਚੜ੍ਹੈ, ਜੇ ਲੋਚੈ ਸਭ ਕੋਈ। ਸੋਚਿਆ ਕਦੀ? ਕੋਰੇ ਕੱਪੜੇ ਤੇ ਰੰਗ ਹੀ ਨਹੀਂ ਚੜ੍ਹਦਾ। ਜੇ
ਹੁਣ ਇੱਥੇ ਕਿਹੜੀ ਗੱਲ ਹੋ ਰਹੀ ਹੈ? ਮੈਂ ਤੇ ਭਗਤੀ ਕਰ ਰਿਹਾ, ਜਿਹੜੀ ਆਪਾਂ ਹੁਣੇ ਗੱਲ ਕਰਕੇ ਆਏ ਸੀ ਨਾ, ਕਿ ਤਨ ਦੇ ਤਲ ਤੇ ਕਿ ਮਨ ਦੇ ਤਲ। ਜੇ ਮੈਂ ਆਪਣੇ ਕੋਲ ਇੱਕ ਚੈੱਕਲਿਸਟ ਲਗਾ ਲਵਾਂ ਕਿ ਅੱਜ ਮੈਂ ਸਰੀਰਕ ਭਗਤੀ ਕੀਤੀ ਹੈ ਕਿ ਮਾਨਸਿਕ ਭਗਤੀ, ਇਟਸ ਜਸਟ ਅ ਵੇ ਟੂ ਗੋ ਡੀਪਰ। ਕਹਿੰਦੇ ਕੋਰੇ ਰੰਗ ਕਦੇ ਨਾ ਚੜੇ, ਜੇ ਲੋਚਾ ਸਭ ਕੋਈ ਭਾਈ। we don't have time to go for the ਸ਼ਬਦ, but it's beautiful ਸ਼ਬਦ। ਤੁਸੀਂ ਨੋਟ ਕਰ ਸਕਦੇ ਹੋ ਆਪਣੇ ਕੋਲ। we are at that level that we have to do a little bit homework too। ਉਹਦੇ ਚ ਕਹਿੰਦੇ ਨੇ ਹਰ ਹਰ ਕਰੇ। ਹੁਣ ਕਿਹਦੀ ਗੱਲ ਹੋ ਰਹੀ ਹੈ? ਜਰਾ ਮੇਰੀਆਂ ਤੇ ਅੱਖਾਂ ਨੀਵੀਆਂ ਹੋ ਜਾਂਦੀਆਂ। ਹਰ ਹਰ ਕਰੇ ਨਿਤ ਕਪਟ ਕਮਾਵੇ। ਇੱਕ ਗੱਲ, ਹਰ ਹਰ ਕਰੇ, ਵਾਹਿਗੁਰੂ ਵਾਹਿਗੁਰੂ ਕਰਦੇ ਆ, ਰੱਬ ਰੱਬ ਕਰਦੇ ਆ, ਨਾਮ ਜਪਦੇ ਆ, ਸ਼ਬਦ ਦਾ ਨਾਮ ਜਪਦੇ ਆ, ਗੁਰਬਾਣੀ ਦੀ ਵਿਚਾਰ ਕਰਦੇ ਆ, so on and so forth। ਹਰ ਹਰ ਕਰੇ ਪਰ ਨਿਤ ਕਪਟ ਕਮਾਵੇ। that means ਕਿ ਸਰੀਰਕ ਤਲ ਤੇ ਕੀਤਾ। ਜੇ ਅਸੀਂ ਮਨ ਦੇ ਤਲ ਤੇ ਕਰਾਂਗੇ ਤੇ ਮਨ ਤੇ ਕੋਈ ਫਰਕ ਪਏਗਾ ਨਾ ਜੀ? ਯੈਸ ਔਰ ਨੋ? ਪੈਣਾ ਚਾਹੀਦਾ ਨਾ। ਤੇ ਜੇ ਮਨ ਦੇ ਵਿੱਚ ਫਰਕ ਨਹੀਂ ਪੈ ਰਿਹਾ, ਮੇਰੇ ਸੁਭਾਅ ਚ, ਮੇਰੀਆਂ ਆਦਤਾਂ ਚ ਬਾਣੀ ਨਹੀਂ ਵੜ ਰਹੀ, ਤੇ ਫਿਰ ਮੈਂ ਕਪਟ ਕਰ ਰਿਹਾ ਨਾ। ਆਈ ਐਮ ਹਿਪੋਕ੍ਰੇਟ। ਹਰ ਹਰ ਕਰੇ ਨਿਤ ਕਪਟ ਕਮਾਵੇ, ਕਹਿੰਦੇ ਹਿਰਦਾ ਸ਼ੁੱਧ ਨਾ ਹੋਏ। ਟੂ ਵਾਟ ਯੂਜ਼? ਅਨ ਦਿਨ ਹੋਰ, ਥੋੜਾ ਹੋਰ ਅੱਗੇ ਚੱਲ। ਅਨ ਦਿਨ ਕਰਮ ਕਰੇ ਬਹੁ ਤੇਰੇ। ਕਿਹੜੇ ਕਰਮ? ਮੇਰਾ ਮਨ ਜਿਹੜਾ ਹੈ ਉਹ ਖਰਾਬ ਪਾਸੇ ਤੁਰਦਾ ਪਿਆ, ਹਰ ਵੇਲੇ ਗਲਤ ਚੀਜ਼ਾਂ ਸੋਚਦਾ। ਹੁਣੇ ਕਲਾਸ ਖਤਮ ਹੁੰਦੀ ਹੈ ਤੇ ਹੁਣੇ ਟੀਵੀ ਲਾ ਲੈਂਦਾ, ਤੇ ਅਸੀਂ ਪੜ੍ਹ ਕੇ ਆਏ ਸੀਗੇ ਕਿ ਗੰਧਨ ਵੈਣ। ਹੁਣੇ ਖਤਮ ਹੁੰਦੀ ਹੈ ਤੇ ਹੁਣੇ ਕੁਝ ਹੋਰ ਕਰ ਲੈਂਦਾ। ਗੱਲ ਕੀ ਕਿ ਸਾਰਾ ਦਿਨ ਅਨ ਦਿਨ ਕਰਮ, ਦਿਨ ਤੇ ਰਾਤ ਬੜੇ ਭੈੜੇ ਕਰਮ ਕਰਦਾ ਹੈ। ਔਰ ਇਹੋ ਜਿਹੇ ਕਰਮ ਹੁਣ ਰਿਜ਼ਲਟਿੰਗ ਆਪ ਤੂੰ ਦੇਖ, ਗੁਰੂ ਸਾਹਿਬ ਜੱਜ ਨਹੀਂ ਕਰ ਰਹੇ। ਉਹ ਕਹਿੰਦੇ ਵੀ ਸੁਪਨਾ ਸੁੱਖ ਨਾ ਹੋਈ। ਤੇਰਾ ਆਤਮਕ ਸੁੱਖ ਆ ਗਿਆ ਤੈਨੂੰ, ਜੇ ਤੈਨੂੰ ਆਤਮਕ ਸੁੱਖ ਆ ਗਿਆ, ਇਟ ਡਜ਼ਨਟ ਅਪਲਾਈ ਟੂ ਯੂ। ਪਰ ਜੇ ਤੈਨੂੰ ਆਤਮਕ ਸੁੱਖ ਨਹੀਂ ਆਇਆ ਤੇ ਫੇਰ ਕਿਧਰੇ ਗੜਬੜੇ। ਜੱਜ ਕੱਲ ਜਿਸ ਤਰ੍ਹਾਂ ਕੋਵਿਡ ਸੈਲਫ ਟੈਸਟ ਹੈਗਾ, ਤੂੰ ਆਪੇ ਹੀ ਟੈਸਟ ਕਰ ਲੈ, ਉਹ ਲਾ ਕੇ ਤੇ ਤੈਨੂੰ ਪਤਾ ਲੱਗ ਜੂਗਾ ਵੀ ਮੇਰਾ ਅੰਦਰ ਸਾਫ਼ ਹੋਇਆ ਕਿ ਨਹੀਂ ਹੋਇਆ। ਸੁਪਨਾ ਸੁੱਖ ਨਾ ਹੋਈ। ਹਰ ਹਰ ਕਰੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਇੰਟਰੋਸਪੈਕਟ ਕਰ, ਚੈੱਕਲਿਸਟ ਕਰ। ਤੇ ਗਿਆਨੀ ਗੁਰਬਿਨ ਭਗਤ ਨਾ ਹੋਈ, ਗੁਰ ਕੋਰੇ ਰੰਗ ਕਦੇ ਨਾ ਚੜੇ, ਜੇ ਲੋਚੈ ਸਭ ਕੋਈ। ਵੀ ਨਾ gonna do the whole I wish I could, ਪਰ we won't have time। ਇੰਨਾ ਕਮਾਲ ਦੀ ਬਾਣੀ ਆ। ਦੇਖੋ ਅਸੀਂ ਜੇ ਤੀਸਰੀ ਵਾਰੀ ਪੜਾਂਗੇ ਤਾਂ ਪਤਾ ਨਹੀਂ ਸਾਨੂੰ ਸਾਡਾ ਹਾਲ ਕੀ ਹੋਏਗਾ। ਤੇ ਸੋਦਰ ਨੂੰ ਅਸੀਂ ਤੀਜੀ ਵਾਰੀ ਕੀਤਾ, ਤੇ ਜਿਹੜੇ ਇੰਡੀਆਨਾ ਵਾਲਾ ਗਰੁੱਪ ਹੈ ਇਹਦੇ ਚ ਅਸੀਂ ਸੋਦਰ ਦੀ ਬਾਣੀ ਪਹਿਲੇ ਕੀਤੀ ਹੋਈ ਹੈ। ਪਰ ਵੀ ਆਲ ਨੋ, ਜਦੋਂ ਅਸੀਂ ਕਹਿੰਦੇ ਹਾਂ ਕਿ ਅੱਛਾ ਜੀ ਇਹ ਦੁਬਾਰਾ, ਨਹੀਂ ਉਹ ਕੀਤੀ ਹੋਈ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਕੀਤੀ ਹੋਈ ਨੂੰ ਜੇ ਦੁਬਾਰਾ ਕੀਤਾ ਤੇ ਪਤਾ ਨਹੀਂ ਕੀ ਮਿਲ ਜਾਣਾ, ਕਿਉਂਕਿ ਮਤ ਵਿੱਚ ਰਤਨ ਜਵਾਹਰ ਮਾਣਕ ਹੈ। ਸੋ ਗਿਆਨੀ ਗੁਰਬਿਨ ਭਗਤ ਨਾ ਹੋਈ। ਹੁਣ ਸੋਚੀਏ ਕਿ ਪਾਤਸ਼ਾਹ ਕਹਿੰਦੇ ਨੇ ਕਿ ਭਗਤ ਦੇ ਤੇਰੇ ਤੇਰੀ ਭਗਤ ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨੇਕ ਅਨੇਕ ਅਨੰਤਾ। ਫਿਰ ਤੇਰੀ ਅਨੇਕ ਪੜ੍ਹਦੇ ਪਏ ਜਿਹੜੀ ਇਸ ਗੱਲ, ਪਤਾ ਹੀ ਨਹੀਂ ਕਿੰਨੇ ਲੋਕ ਨੇ ਜਿਹੜੇ
ਤਪ ਤਪ ਹੈ, ਧੂਣੀਆਂ ਦਿਖਾ ਰਹੇ ਨੇ, ਹੋਰ ਬੜਾ ਕੁਝ ਕਰ ਰਹੇ ਨੇ। ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਹੁਣ ਮੈਂ ਕਹਿੰਦਾ ਨਹੀਂ, ਮੈਂ ਤਪ ਨਹੀਂ ਕਰਦਾ। ਸੋ ਥੋੜਾ ਜਿਹਾ ਅੰਦਰ ਵਾਲੇ ਪਾਸੇ ਵੜੀਏ। ਮੇਰਾ ਅੱਜ ਦਿਲ ਨਹੀਂ ਹੈ, ਮੈਂ ਇੰਨਾ ਥੱਕ ਗਿਆ ਕਿ ਮੈਂ ਕਹਿੰਦਾ ਮੇਰੇ ਕੋਲ ਕੋਈ ਗੱਲ ਨਾ ਕਰੇ, ਕੋਈ ਕੁਛ ਨਾ ਕਰੇ। ਤੇ ਹੁਣ ਮੈਂ ਸੁਖਾਸਨ ਕਰ ਰਿਹਾ ਜੀ, ਮੈਂ ਕੀ ਕਰਾਂ ਦੱਸੋ? Can anyone tell me? जल्दी जल्दी करके आ जाएगा। नहीं, हुणे मैं क्या कि मेरे नाल कोई गल ना करे। नहीं, पर सुखासन इज डिफरेंट देन गाल करना। अच्छा, हुण चलो जे मैं ना कीता सुखासन फिर की होएगा? गिल्टी। नहीं, गिल्ट तो बाहर चली है ना जरा। अच्छा, की हो जाएगा कि गुरु मेरे कान मरोड़ेगा, सवेरे मेरा साह घुट देगा, मैनू चपेड़ मारेगा, मेरे कॉन्शियस मैंने बॉदर करेगी। हाँ। गिल्ट की हुंदा भला? नो, लेट्स टॉक। डॉक्टर साहब थक के आंदी है इत्थे आके, ना ही आया कर, इत्थे बैठिया ना कर इत्थे। It makes you feel bad, you know, अंदरू खराब लगता है, अच्छा नहीं। No, no, Your guilt, conscious, guilt. your conscious What's bothers you. What's guilt? कोई गलत काम करके फिर तुसी There we go. अंदर पछतावा है। गिल्ट ਜਿਹੜੇ ਕੰਮ ਨੂੰ ਮੈਂ ਠੀਕ ਸਮਝਦਾ, ਖਿਆਲ ਰਹੇ, it may be guilt for me but for others might not be Yeah. anything, you know। ਮੈਂ ਕਿਸੇ ਨੂੰ ਗਾਲ ਕੱਢਤੀ ਹੈ, ਮੇਰੇ ਲਈ ਗਿਲਟ ਹੈ ਯਾਰ, ਮੈਂ ਪਾਠ ਕਰਦਾ ਵਾਂ ਤੇ ਮਿੱਠ ਬੋਲੜਾ ਜੀ ਤੇ ਮੈਂ ਗਾਲ ਕੱਢੀ, ਪਰ ਜਿਹੜਾ ਕੱਢਦਾ ਹੀ ਗਾਲਾਂ ਹੈ ਉਹਦੇ ਲਈ ਓਕੇ ਹੈ, ਮੇਰੇ ਲਈ ਗਲਤ। ਯੈਸ, ਥੈਂਕ ਯੂ ਅਰਜੀਤ। ਸੋ ਹੁਣ ਸਵਾਲ ਇਹ ਹੈ, ਮੈਨੂੰ ਗਿਲਟ ਤੋਂ ਮੈਂ ਬਾਹਰ ਆ ਜਾ ਤੇ ਮੈਨੂੰ ਕੀ ਪ੍ਰੋਬਲਮ ਹੋਏ? ਹੁਣ ਜਿਹੜੇ ਉਹ ਪਾਠੀ ਅਸੀਂ ਜਿਹੜੇ ਦੇਖਦੇ ਆ, ਇੱਥੇ ਟੂਟੀਆਂ ਲਾਈਆਂ ਤੇ ਪਾਠ ਪੇ ਕਰਦੇ ਨੇ, ਆਉਂਦੇ ਨਾ ਉਹ ਅੱਜ ਕੱਲ ਬੜੀਆਂ ਵਾਇਰਲ ਹੁੰਦੀਆਂ ਨੇ ਚੀਜ਼ਾਂ। ਮੈਂ ਕਹਿਣਾ ਕੀ ਚਾਹਨਾ ਕਿ ਕਿਧਰੇ ਮੈਂ ਕਿਰਿਆਚਾਰ ਚ ਤੇ ਨਹੀਂ ਹੈਗਾ, ਕਰਮਕਾਂਡ ਚ ਤੇ ਨਹੀਂ ਹੈਗਾ। ਹੁਣ ਦੂਜੇ ਪਾਸਿਓਂ ਮੈਂ ਖਾਸ ਆਪਣਾ ਪ੍ਰਕਾਸ਼ ਕਰਕੇ ਚਲਾ ਗਿਆ ਤੇ ਮੈਂ एक्सीडेंट हो गया, अस्पताल पहुंच गया, घर कोई है नहीं, सुखासन कौन करेगा? की करांगा? कुछ नहीं कर सकते। या इन रियलिटी अगर ऐसा हो भी जाए तो वाकई इज इट ऑलराइट कि सुखासन ने किया या प्रकाश सारा कुछ इत्थे। कोई कह रहा है ना। नो, यू डोंट आस्क मी, Yeah. यू आर आस्किंग मी। मैं ਤੁਹਾਨੂੰ ਪੁੱਛਿਆ। Yeah. मतलब ये है कि मैं भगती वाले पासे तुरना सी ते मैं तुर किहड़े पासे पिया? ये हुणे आंदा कित्थों पिया? ये आंदा पिया साडे कोलों, गुआंढियां कोलों। तुसी देखो भई एसी वाला कमरा, गद्दा विछाया होया बैड, बाबा जी नूं सुआना है, बाबा जी नूं जगाना है, असी ओनू श्री असी कहंदे। अच्छा, फिर जे ਅਸੀਂ ਕਹੀਏ ਤੇ ਸਾਨੂੰ ਕਹਿੰਦੇ ਲੈ ਤੇ ਫਿਰ ਪ੍ਰਗਟ ਗੁਰਾਂ ਕੀ ਦੇਹ ਕਿਵੇਂ ਹੈ? ਚਲ ਸਾਡਾ ਮੂੰਹ ਬੰਦ। ਐਕਚੁਅਲੀ ਅਸੀਂ ਫਸ ਗਏ ਕਿਉਂਕਿ ਅਸੀਂ ਗੁਰੂ ਗਿਆਨ ਨੂੰ ਕਿਹਾ ਸੀ, ਗਿਆਨ ਅਸੀਂ ਉਹਦੇ ਕੋਲੋਂ ਲਿਆ ਨਹੀਂ, ਅਸੀਂ ਉਹਨੂੰ ਗੁਰੂ ਬਣਾ ਲਿਆ। ਉਹ ਗੁਰੂ ਤੋਂ ਹਟੇ ਤੇ ਫਲਾਣੇ ਗੁਰਦੁਆਰੇ ਬਾਬਾ ਜੀ ਆਏ, ਉਹਨੂੰ ਗੁਰੂ ਬਣਾ ਲਿਆ। ਬਾਬਾ ਜੀ ਗੁਰਦੁਆਰਿਓਂ ਛੇਤੀ ਚਲੇ ਗਏ ਨੇ, ਉਹਨਾਂ ਨੂੰ ਜਾਣਾ ਸੀਗਾ ਤੇ ਉਹਨਾਂ ਦੇ ਰਿਹਾਇਸ਼ ਜਿੱਥੇ ਰਹਿੰਦੇ ਨੇ ਅਸੀਂ ਉੱਥੇ ਜਾ ਕੇ ਲਾਈਨਾਂ ਲਾ ਲਈਆਂ। ਗੱਲ ਕੀ ਕਿ ਅਸੀਂ ਗਿਆਨ ਨੂੰ ਭੁੱਲ ਗਏ।
ਐਂਡ ਮੈਂ ਕਈ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ ਕਿ ਅਸੀਂ ਬੀੜ ਸਾਹਿਬ ਦੇ ਪੁਜਾਰੀ ਬਣ ਗਏ, ਗੁਰਬਾਣੀ ਦੇ ਨਹੀਂ। ਮਾਫ ਕਰਨਾ, ਮੇਰੀ ਗੱਲ ਨੂੰ ਠੀਕ ਤਰ੍ਹਾਂ ਨੋਟ ਕਰਨਾ। ਜੇ ਮੈਂ ਗੁਰਬਾਣੀ ਦਾ ਪੁਜਾਰੀ ਹੋਵਾਂ, ਜਿਹੜੀ ਗੁਰਬਾਣੀ ਅੱਗੇ ਮੈਂ ਲੰਮੇ ਲੰਮੇ ਮੱਥੇ ਟੇਕਦਾ, ਚੌਰਾਂ ਕਰਦਾ, ਉਹ ਗੁਰਬਾਣੀ ਜਦੋਂ ਛੋਟੇ ਰੂਪ ਚ ਕਿਸੇ ਗੁਟਕੇ ਚ ਪਈ ਹੈ ਮੇਰੇ ਘਰ, ਉਹ ਕਿਧਰੇ ਵੀ ਖੱਲੇ ਖਾਂਦੀ ਪਈ, ਮਾਰਨਾ ਮੇਰਾ ਲਫ਼ਜ਼, ਤੇ ਮੈਂ ਕਿਧਰੇ ਗਲਤ ਤੇ ਨਹੀਂ ਹੋ ਗਿਆ। ਸੋਚਣਾ ਹੈ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤਰ ਜੀ, ਕਰ ਕਿਰਿਆ ਖੱਟ ਕਰਮ ਕਰਨ ਤਾਂ। ਹੁਣ ਇਹ ਜਿਹੜੇ 6 ਕਰਮ ਨੇ, ਇਹ ਮੇਰੇ ਨਹੀਂ ਗੇ, ਬਾਹਮਣ ਦੇ ਨੇ, ਪਰ ਮੈਂ ਵੀ ਇਹਨੂੰ ਅਡਾਪਟ ਕਰ ਲਿਆ ਹੋਇਆ। ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, ਤੇ ਜੱਗ ਕਰਨਾ ਤੇ ਕਰਾਉਣਾ, ਇਹ ਬਾਹਮਣਾਂ ਦਾ ਸੀ। ਅਸੀਂ ਜੱਗ ਨੂੰ ਕਨਵਰਟ ਕਰ ਲਿਆ ਖੰਡ ਪਾਠ ਸਾਹਿਬ ਚ, ਜਾਂ ਸੰਪਟ ਪਾਠ ਚ, ਜਾਂ ਸਹਿਜ ਪਾਠ ਚ, ਸਪਤਾਹਕ ਪਾਠ। ਤੇ ਅੱਜ ਕੱਲ ਉਹ ਮੈਂ ਤੇ ਹੈਰਾਨ ਹੋ ਗਿਆ ਜਦੋਂ ਉਹ ਕਹਿੰਦਾ ਜੀ ਕਿ ਤੁਸੀਂ ਭੂੰਡ ਪਾਠ ਸੁਣਿਆ। ਮੈਂ ਕਿਹਾ ਨਹੀਂ। ਕਹਿੰਦਾ ਕਮਾਲ ਹੋ ਗਈ, ਤੁਸੀਂ ਚੰਗੇ ਪ੍ਰਚਾਰਕ ਜੋ। ਮੈਂ ਕਿਹਾ ਨਹੀਂ, ਮੈਂ ਅਸੀਂ ਪ੍ਰਚਾਰਕ ਹੈ ਹੀ ਨਹੀਂ ਭਾਈ। ਉਹ ਕਹਿੰਦਾ ਜੀ ਭੂੰਡ ਪਾਠ ਹੁੰਦਾ ਹੈ ਜਦੋਂ ਸੁਣਨ ਵਾਲਾ ਤਾਂ ਕੋਈ ਹੁੰਦਾ ਨਹੀਂ, ਤੇ ਉਹ ਜਿਹੜਾ ਪਾਠੀ ਸਿੰਘ ਹੈ ਉਹ ਕਹਿੰਦਾ ਉਹ ਸਿਰ ਮਾਰੀ ਜਾਂਦਾ ਹੈ ਤੇ ਭੂੰਡ ਪਾਠ ਹੋ ਰਿਹਾ, ਕਿਉਂਕਿ ਕੋਈ ਸੁਣਨ ਵਾਲਾ ਨਹੀਂ, ਉਹ ਕੀ ਕਰੇ। ਇਸ ਕਰਕੇ ਅਸੀਂ ਸਾਰਾ ਕੁਝ ਸਰੀਰਕ ਤਲ ਤੇ ਕਰੀ ਜਾ ਰਹੇ ਹਾਂ, ਮਨ ਦੇ ਤਲ ਤੇ ਅਸੀਂ ਸਿਰਫ ਸੈਟਿਸਫੈਕਸ਼ਨ ਲੈ ਰਹੇ ਹਾਂ ਕਿ ਅਸੀਂ ਕਰ। ਹੁਣ ਉੱਥੇ ਕਰਕੇ ਹੁਣ ਇਹ ਜਿਹੜੀ ਗੱਲ ਹੈ ਕਿਰਿਆ, ਮੈਨੂੰ ਇੱਕ ਸ਼ਬਦ ਚੇਤੇ ਆਇਆ ਤੇ ਮੈਂ ਕਿਹਾ ਵੀ ਮੈਂ ਮੈਂਸ਼ਨ ਜ਼ਰੂਰ ਕਰਾਂਗਾ, ਜੇ ਨਾ ਹੋਇਆ ਤੇ ਨਾ ਸਹੀ, ਕਿ ਕਿਰਿਆਚਾਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਗੌੜੀ ਰਾਗ ਚ। ਕਿਰਿਆਚਾਰ ਕਰੇ ਖੱਟ ਕਰਮਾਂ, ਇੱਥੇ 6 ਕਰਮਾਂ ਦੀ ਗੱਲ ਵੀ ਹੋ ਰਹੀ ਹੈ। ਕਹਿੰਦੇ ਕਿਰਿਆਚਾਰ ਕਰਦੇ ਨੇ, ਧਾਰਮਿਕ ਰਸਮਾਂ, ਧੂਫ ਧੁਖਾ ਲਈ, ਸੁਖਾਸਨ ਕਰ ਲਿਆ। ਮੈਂ ਮਾਫ ਕਰਨਾ, ਮੈਂ ਇਹਨੂੰ ਧਾਰਮਿਕ ਰਸਮ ਕਹਿ ਰਿਹਾ, ਕਿਉਂਕਿ ਮੈਂ ਜਦੋਂ ਸੁਖਾਸਨ ਕਰਨ ਗਿਆ ਮੈਂ ਰਾਤ ਦਾ ਕੋਈ ਸ਼ਬਦ ਤੇ ਪੜ੍ਹਿਆ ਨਹੀਂ ਹੈ। ਮੈਂ ਵਾਕ ਤੇ ਲਿਆ ਪਰ ਮੈਂ ਉਹਨੂੰ ਕੰਟੈਂਪਲੇਟ ਕੀਤਾ ਹੀ ਨਹੀਂ ਹੈ। ਜੇ ਕੀਤਾ ਧਿਆਨ ਨਾ ਕੀਤਾ, ਕਿਆ ਚੰਗਾ ਹੋਵੇ ਕਿ ਮੈਂ ਬੈਠ ਕੇ ਮਾਲਕ ਦੇ ਕੋਲ ਉੱਥੇ ਹੀ ਜੇ ਮਰ ਜਾਵਾਂ ਤੇ ਚੰਗਾ ਨਾ ਹੋਵੇ। ਜੇ ਮੈਂ ਥੱਕ ਗਿਆ ਤੇ ਮੈਂ ਉੱਥੇ ਹੀ ਢਹਿ ਢੇਰੀ ਹੋ ਜਾ, ਢਹਿ ਪਏ ਦੁਆਰਿਆ, ਅੱਜ ਮੈਂ ਉੱਠਣਾ ਹੀ ਨਹੀਂ ਤੇਰੇ ਕੋਲੋਂ। ਮਤਲਬ ਸੋਚਣ ਦੀ ਖੇਡ ਹੈ। ਕਿਰਿਆਚਾਰ ਕਰੇ ਖੱਟ ਕਰਮਾ ਇਤ ਰਾਤੇ ਸੰਸਾਰੀ। ਸੰਸਾਰੀਆਂ ਚ ਕੌਣ ਹੈਗਾ ਜੀ? ਕੋਈ ਹੈਗਾ ਜਿਹੜਾ ਕਵੇ ਮੈਂ ਨਹੀਂ ਹਾਂ ਸੰਸਾਰੀ? ਮੈਂ ਤੇ ਹਾਂ। ਕੌਣ ਕਹਿ ਸਕਦਾ ਜੀ ਮੈਂ ਸੰਸਾਰੀ ਨਹੀਂ ਹਾਂ, ਸੋਸ਼ਲ ਐਨੀਮਲ ਨਹੀਂ ਹਾਂ? ਕਹਿੰਦੇ ਕਿ ਕਿਰਿਆਚਾਰ ਕਰਦੇ ਨੇ 6 ਕਰਮ। ਆਪ ਕਿਸੇ ਜਿਹੀ ਨਾ ਗੱਲ ਕਰਨੋਂ ਰਹੀ ਨਾ, ਤਾਂ ਅਸੀਂ ਸਾਰੇ ਬੈਠੇ ਹਾਂ, ਜੇ ਅਸੀਂ ਇੱਥੇ ਸਵਾਲ ਪਾਉਂਦੇ ਹਾਂ ਤੇ ਸਾਡੇ ਕੋਲੋਂ ਜਵਾਬ ਨਹੀਂ ਨਿਕਲਦਾ, ਪਰ ਜਦੋਂ ਕਿਸੇ ਨਾਲ ਅਸੀਂ ਗੱਲ ਕਰੀਏ ਅਸੀਂ ਉੱਥੇ ਬੜੇ ਵੱਡੇ ਓਰੇਟਰ ਬਣੇ ਹੁੰਦੇ ਆ। ਇਤ ਰਾਤੇ ਸੰਸਾਰੀ, ਕਹਿੰਦੇ ਅੰਤਰ ਮੈਲ ਨਾ ਉਤਰੈ ਮੈਂ ਕਰਕੇ ਅੰਦਰ ਦੀ ਮੈਲ ਗਈ ਕੋਈ ਨਹੀਂ। ਅੰਦਰ ਠੀਕ ਹੀ ਨਹੀਂ ਕੀਤਾ। ਬਿਨ ਗੁਰ ਬਾਜੀ ਹਾਰੀ ਹੈ, ਬਾਜੀ ਹਾਰੀ। ਸੋਚੀਏ ਤੇ ਸਹੀ, ਹਾਰਿਆ ਜਵਾਰੀ ਕਿਹੜਾ ਹੁੰਦਾ? ਬਿਨ ਗੁਰ ਬਾਜੀ ਹਾਰੀ, ਮੇਰੇ ਠਾਕੁਰ ਰੱਖ ਲੈ ਉਹ ਕਿਰਪਾ ਤਾਰੀ। ਮੇਰੇ ਮਾਲਕਾ ਮੈਨੂੰ ਰੱਖ ਲੈ। ਖਿਆਲ ਕਰੋ ਮੈਂ ਅਪਲਾਈ ਹੁੰਦਾ ਕਿ ਨਹੀਂ? ਕੋਟ ਮਦੇ ਕੋ ਵਿਰਲਾ ਸੇਵਕ,
ਕਰੋੜਾਂ ਦੇ ਵਿੱਚ ਕੋਈ ਵਿਰਲਾ ਏ ਜਿਹੜਾ ਇਹ ਜਿਹੜੀ ਤੇਰੀ ਭਗਤ ਤੇ ਤੇਰੇ ਭਗਤ ਦੇ ਵਿੱਚ ਆਏਗਾ। ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਵਿਵਹਾਰੀ ਹਾਂ ਅਸੀਂ। ਵਿਵਹਾਰੀ ਕੌਣ ਹੁੰਦਾ ਕਾਰ ਸਿੰਘ ਜੀ? ਕਿਰਪਾ ਕਰੋ ਜਰਾ। ਜਿਹੜਾ ਬੰਦਾ ਡੀਲਿੰਗ ਕਰਦਾ ਨਾ, ਡੀਲਿੰਗ ਤੇ ਵਿਹਾਰ ਹੀ ਕਰਨਾ ਹੁੰਦਾ ਨਾ, ਮੈਨੂੰ ਆ ਚਾਹੀਦਾ ਤੇ ਮੈਂ ਤਾਂ ਕਰੂੰਗਾ। ਜਦੋਂ ਜਿਹੜਾ ਹੁਣ ਜਿਹੜੇ ਖੰਡ ਪਾਠ ਕਰਾਉਣੇ ਅਸੀਂ ਜਾਂ ਧੰਨਵਾਦ ਕਰਦੇ ਆ, ਇਹ ਵਿਵਹਾਰ ਹੈ। ਆਦਾਨ ਪ੍ਰਦਾਨ। ਮੈਂ ਤੈਨੂੰ ਇਹ ਕਰਾਂਗਾ, ਤੂੰ ਮੈਨੂੰ ਇਹ ਦੇ ਦੇ। ਮੈਂ ਤੇਰੇ ਲਈ ਇਹ ਕਰਾਂਗਾ, ਮੈਂ ਤੇਰੇ ਲਈ ਲੰਗਰ ਕਰਾਨਾ, ਤੂੰ ਇਹ ਕਿਰਪਾ ਕਰਦੀ। ਵਿਵਹਾਰੀ ਬਾਰਟਰ। ਕਮਾਲ ਹੋ ਗਈ ਯਾਰ। ਦੁਕਾਨਦਾਰੀ ਕਰਦੇ ਨੇ। ਯੈਸ, Barter system. ਬਾਰਟਰ। ਯਪ। ਤੂੰ ਮੇਰਾ ਦੁੱਖ ਲੈ ਲੈ ਤੇ ਮੈਂ ਤੈਨੂੰ ਤੇਰੇ ਦਿੱਤਿਆਂ ਵਿੱਚੋਂ ਹੀ 4 ਛੱਲੜ ਦੇ ਦਿਆਂਗਾ। ਕਿੰਨੀ ਵੱਡੀ ਡੀਲ ਬਣਾਈ ਹੋਈ ਹੈ ਅਸੀਂ। ਉਹ ਪੜ੍ਹਦੇ ਹਾਂ ਅਸੀਂ ਤੇ ਕਿਆ ਦੀਜੇ ਜੇ ਸ਼ਬਦ ਸੁਣਾਏ। ਜਿਹੜਾ ਤੇਰਾ ਸ਼ਬਦ ਸੁਣਾਵੇ ਉਹਨੂੰ ਮੈਂ ਕੀ ਦਿਆਂ। ਉਹ ਹੈ ਨਾ ਕਾਟੋਂ ਬਾਟ ਕਾਟ ਰੱਖੋ ਜਿਤ ਨਾਨਕ ਸੰਤ ਚੜ ਆਵੇ, ਹੈ ਨਾ, ਕੋਈ ਇਹੋ ਜਿਹੀ ਗੱਲ ਹੈਗੀ। ਮੈਂ ਆਪਣਾ ਸਿਰ ਵੱਢ ਕੇ ਦੇ ਦਿਆਂ ਤੇ ਉਹਦੇ ਲਈ ਮੈਂ ਸੀਸ ਵੱਡੇ ਕਰ ਬੈਸਣ ਦੀਜੇ ਬਿਨ ਸਿਰ ਸੇਵ ਕਰੀਜੇ। ਉਹ ਵੀ ਹੈਗਾ। ਕਮਾਲ ਹੋਈ। ਇੱਥੇ ਤੱਕ ਦੇਣਾ ਹੈ ਤੇ ਮੈਂ ਕੀ ਦਿਨਾ? $1। ਜਦੋਂ 40 ਸਾਲ ਪਹਿਲੇ ਆਇਆ ਸਾਂ ਤੇ $2.75 ਘੰਟਾ ਸੀ। ਹੁਣ $16 ਜਾਂ $8 ਜਾਂ $9 ਘੰਟਾ। ਤੇ ਮੈਂ ਇਹਨੂੰ ਕੀ ਲੋੜ ਹੈ ਗੁਰੂ ਘਰ ਕੇ ਇੱਥੇ $1। ਸੋਚਾਂ ਤੇ ਸਹੀ ਯਾਰ। ਕਿਰਿਆਚਾਰ, ਇਹ ਮੇਰਾ ਕਿਰਿਆਚਾਰ ਹੈ। ਰੁਮਾਲਾ ਫਸਟ ਕਲਾਸ। ਲੰਗਰ ਕਰਾਉਣਾ ਹੋਵੇ ਤੇ ਕੇਟਰ ਕਰਾ ਲਓ। ਨਹੀਂ, 2 ਮਿੱਠਾ ਜ਼ਰੂਰ ਬਣਾਉਣਾ, 2 ਚੀਜ਼ਾਂ ਹੋਰ ਬਣਾਉਣੀਆਂ। ਸ਼ੋਬਿਸ, ਵਿਵਹਾਰ। ਸੋ ਇਹ ਅੱਗੇ ਬਹੁਤ ਕੁਝ ਹੈਗਾ, ਪਰ ਆਪਾਂ ਇਹਨੂੰ ਪੜ੍ਹ ਨਹੀਂ ਸਕਦੇ। ਜੇ ਕਦੀ ਕਹੋਗੇ ਤੇ ਫੇਰ ਪੜ੍ਹ ਲਾਂਗੇ, ਕਿਉਂਕਿ ਇਹ ਹੈ ਹੀ ਇੰਨਾ ਵਧੀਆ। ਹੁਣ ਫੇਰ ਵਾਪਸ ਆਈਏ ਕਿ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸ਼ਾਸਤਰ। ਜੀ ਬੜੇ ਪਾਠ ਕਰਦੇ ਆ। ਕਰ ਕਿਰਿਆ ਖਟ ਕਰਮ ਕਰੰਤਾ ਤੇ ਸੇ ਭਗਤ। ਹੁਣ ਇਹਦੇ ਚ ਇੱਕ ਹੋਰ ਵੀ ਗੱਲ, ਜਿਹੜੀਆਂ ਪੂਜਾ ਅਸੀਂ ਕਰਦੇ ਹਾਂ ਨਾ, ਆਇਆ ਸੀ ਕਰੇ ਹਰ ਪੂਜਾ ਜੀ। ਅਸੀਂ ਪੂਜਾ ਵੀ ਬੜੀਆਂ ਕਰਦੇ ਹਾਂ, ਵਰਤ ਵੀ ਬੜੇ ਕਰਦੇ ਹਾਂ। ਉਹ ਹੈ ਨਾ ਗਿਆਨੀ ਗੁਰਬਿੰਦ ਭਗਤ ਨਾ ਹੋਈ, ਉਹਦੇ ਚ ਇੱਕ ਗੱਲ ਆਉਂਦੀ ਹੈ ਕਿ ਜਪ ਤਪ ਸੰਜਮ ਵਰਤ ਕਰੇ ਪੂਜਾ ਤੇ ਮਨਮੁਖ ਰੋਗ ਨਾ ਜਾਈ। ਇਹ ਵੀ ਹੈਗਾ। ਜਪ ਤਪ ਕਰਦੇ ਆ, ਸਮਾਗਮ ਕਰਾਣਾ ਹੈ ਜੀ, ਪਰ ਮਨਮੁਖ ਦਾ ਰੋਗ ਤੇ ਜਾਂਦਾ ਨਹੀਂ। ਮਨ ਵਾਲਾ ਰੋਗ, ਉਹ ਮਨ ਦਾ ਇਲਾਜ ਹੀ ਨਹੀਂ ਕੀਤਾ ਯਾਰ। ਮਨ ਦੇ ਬਾਰੇ ਸੋਚਿਆ ਹੀ ਨਹੀਂ ਕਦੀ, ਤੇ ਹੋਵੇ ਕਿੱਥੋਂ, ਹੈ ਨਾ। ਹੁਣ ਮਨ ਨੂੰ ਕਿਵੇਂ ਫਰਕ ਪਊਗਾ? ਇੱਕ ਸ਼ਬਦ ਹੈ, ਪੂਜਾ ਵਰਤ ਤਿਲਕ ਇਸ਼ਨਾਨਾ। ਦੇਖੋ ਕਿਤੇ ਤੇ ਅਪਲਾਈ ਨਹੀਂ ਹੋਏਗਾ, ਮੇਰੇ ਤੇ ਹੈਗਾ ਜੇ। ਪੂਜਾ ਵਰਤ ਤਿਲਕ ਇਸ਼ਨਾਨਾ। ਵਰਤ ਜੇ ਹਫਤੇ ਚ ਅਸੀਂ ਉਂਝ ਨਾ ਖਾਈਏ ਉਹ ਚੱਲ ਠੀਕ ਹੈ, ਪਰ ਵਰਤ ਇਸ ਕਰਕੇ ਰੱਖੀਏ ਕਿ ਇਹਦੇ ਨਾਲ ਮੇਰਾ ਕੋਈ ਅਧਿਆਤਮਕ ਫਾਇਦਾ ਹੈ, ਉਹਦੀ ਗੱਲ ਹੋ ਰਹੀ ਹੈ।
ਪੁੰਨ ਦਾਨ ਬਹੁ ਦੈਨ, ਬਹੁਤ ਕੁਝ ਦਿੱਤਾ। ਇਹ ਵਿਚਾਰਾ ਯਾਰ ਸਾਡੇ ਨਾਲ ਪੜ੍ਹਦਾ ਹੈ, ਇਹ ਆਉਂਦਾ ਹੈ, ਸਾਡੀ ਸੰਗਤ ਚ ਆਉਂਦਾ ਹੈ, ਵਿਚਾਰਾ ਹੈ, ਇਹਦੀ ਹੈਲਪ ਕਰ ਦਿਓ। ਏਦਾਂ ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ। ਕਹਿੰਦੇ ਕਾਹੂ ਨਾ ਭੀਜੈ ਸੰਜਮ ਸੁਆਮੀ ਬੋਲੇ ਮੀਠੇ ਬੈਣ। ਅਸੀਂ ਬੜਾ ਮਸਖਾ ਮਾਰਦੇ ਹਾਂ, ਪਰ is the Lord gonna be pleased? Heck not. प्रभ जी को नाम जपत मन चैन। ਹੁਣ ਇਥੇ ਫਟਾਫਟ ਇਹ ਜੀ ਦੇਖੋ, ਨਾਮ ਜਪ ਗੱਲ ਆ ਗਈ, ਤੁਸੀਂ ਕਹਿੰਦੇ ਹੋ ਕਿ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ। ਯੂ ਨੋ, ਪ੍ਰਭ ਜੀ ਕੋ ਨਾਮ ਜਪਤ ਮਨ ਚੈਨ, ਬਹੁ ਪ੍ਰਕਾਰ ਖੋਜੈ ਸਭ ਤਾਂ ਕਉ, ਬਿਖਮ ਨਾ ਜਾਈ ਲੈਣ। ਲੈ ਉਹ ਕਹਿੰਦੇ ਉਹ ਬੜਾ ਔਖਾ ਏ, ਉਹਨੂੰ ਲੱਭਣਾ ਇੰਨਾ ਔਖਾ ਏ ਕਿ ਰੇ ਰੱਬ ਦਾ ਨਾ ਲੱਭਦਾ ਹੀ ਨਹੀਂਗਾ। ਉਹਨੂੰ ਲੱਭੀ ਜਾ ਰਹੇ ਆ ਪਰ ਉਹ ਲੱਭਦਾ ਨਹੀਂ। ਬਿਖਮ ਨਾ ਜਾਏ। ਇਹਦੇ ਚ ਅੱਗੇ ਇਹ ਵੀ ਵੱਡਾ ਸ਼ਬਦ ਹੈ, ਇਹ ਵਿਦ ਨਹੀਂ ਪਤਿਆਨੋ ਠਾਕੁਰ ਜੋਗ ਜੁਗਤ ਕਰ ਜੈਨ, ਅੰਮ੍ਰਿਤ ਨਾਮ ਨਿਰਮੋਲਕ ਹਰ ਜਸ, ਤਿਨ ਪਾਇਓ ਜਿਸ ਕਿਰਪੈਨ, ਸਾਧ ਸੰਗ ਰੰਗ ਪ੍ਰਭ ਭੇਟੇ, ਨਾਨਕ ਸੁਖ ਜਨ ਰੈਨ। ਧਨਾਸਰੀ ਰਾਗ ਦੇ ਵਿੱਚ ਇਹ ਸ਼ਬਦ ਹੈ। ਜੇ ਪੇਜ ਨੰਬਰ ਚਾਹੀਦਾ ਹੋਵੇ ਤਾਂ ਮੈਂ ਦੇ ਸਕਦਾ 674, ਨੋਟ ਇਟ ਡਾਊਨ ਪਲੀਜ਼। ਸੋ ਪ੍ਰਭ ਜੀ ਕੋ ਨਾਮ, ਫਿਰ ਇੱਕ ਹੋਰ ਥਾਂ ਤੇ ਕਹਿੰਦੇ ਨੇ ਕਿ ਚੰਦਨ ਤੇਰੇ ਅਨੇਕ ਪੜੇ ਬਹੁਤ ਸਿਮਰਤ ਸ਼ਾਸਤਰ ਜੀ ਦੀ ਗੱਲ ਹੋ ਰਹੀ ਹੈ। ਚੰਦਨ ਚੰਦ, ਅਸੀਂ ਕਹਿੰਦੇ ਆ ਵੀ ਗੁੱਸਾ ਹੈ ਨਾ ਸਾਨੂੰ ਬੜਾ, ਤੇ ਉਹ ਬਾਹਮਣ ਚੰਦਨ ਦਾ ਟਿੱਕਾ ਲਾ ਲੈਂਦਾ ਇੱਥੇ ਕਿ ਇਹਨੂੰ ਗੁੱਸਾ ਘਟ ਜੇ, ਸ਼ਾਂਤੀ ਰਵੇ। ਪਰ ਸਭ ਤੋਂ ਜ਼ਿਆਦਾ ਅਸ਼ਾਂਤੀ ਉੱਥੇ ਹੁੰਦੀ। ਚੰਦਰਮਾ ਠੰਡੀਰ ਹੈ, ਠੰਡ ਦਾ ਸਿੰਬਲ ਹੈ ਮੂਨ, ਪਰ ਉਹਦੇ ਵਿੱਚ ਵੀ ਠੰਡ ਨਹੀਂ। ਪਾਤਸ਼ਾਹ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ, ਤੇ ਨਾ ਹੀ ਇਹ ਤੁਹਾਡੇ ਬਰਫ਼ ਪੈ ਰਹੀ ਹੈ। ਇਹ ਸਾਰੀਆਂ ਦੇਖੋ, ਜਦੋਂ ਅਸੀਂ ਇਸ ਗੱਲ ਦੀ ਡਿਸਪੈਰਿਟੀ ਸਿੱਖ ਜਾਵਾਂਗੇ ਨਾ, ਸੈਗਰੀਗੇਸ਼ਨ, ਸਰੀਰ ਦੇ ਤਲ ਤੇ ਮਨ ਦੇ ਤਲ ਤੇ, ਸਾਡੀ ਸਮਝ ਸੌਖੀ ਹੋ ਜਾਏਗੀ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ। ਕਹਿੰਦੇ ਭਾਵੇਂ ਮੈਂ ਚੰਦਨ ਲਾ ਲਵਾਂ, ਭਾਵੇਂ ਮੈਂ ਚੰਦਰਮਾ ਦੇ ਨੇੜੇ ਹੋ ਜਾਵਾਂ, ਭਾਵੇਂ ਮੈਂ ਠੰਡੀ ਰੁੱਤ ਦਾ ਇੰਜੋਏ ਕਰਾਂ, ਨੇੜਤਾ ਮਾਣਾ, ਪਰ ਮੇਰੇ ਅੰਦਰ ਦੀ ਗਰਮੀ ਨਹੀਂ ਜਾਂਦੀ। ਮੂਲ ਨਾ ਮਿਟਹੀ ਕਾਮ, ਮੇਰੇ ਅੰਦਰ ਦੀ ਗਰਮੀ, ਇੱਥੇ ਦੀ ਗਰਮੀ ਇਹ ਨਹੀਂ ਜਾਂਦੀ। ਪਤਾ ਨਹੀਂ ਕਈ ਭਗਤ ਜਨ ਹੋਣਗੇ, ਤੇਰੀ ਭਗਤ ਭੰਡਾਰ ਜੀ, ਜਿਹਨਾਂ ਦੀ ਚਲੀ ਜਾਂਦੀ ਹੋਏਗੀ, ਮੇਰੀ ਨਹੀਂ ਜਾਂਦੀ। ਕਹਿੰਦੇ ਸਟਲ ਥੀਵੈ ਨਾਨਕਾ, ਠੰਡਾ ਕਦੋਂ ਹੁੰਦਾ ਹੈ? ਜੇ ਪੰਦੜੋ ਹਰ ਨਾਮ। ਹੈ ਨਾ। ਹੁਣ ਅਸੀਂ ਕੀ ਕਰਦੇ ਹਾਂ? ਟ੍ਰੈਡੀਸ਼ਨ, ਮਰਿਆਦਾਵਾਂ ਤੇ ਪਰੰਪਰਾਵਾਂ, ਉਹਦੇ ਵਿੱਚ ਹੀ ਫਸੇ ਪਏ ਆ। ਮਾਲਕ ਕਹਿੰਦਾ ਜਲ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਕਹਿੰਦੇ ਸਾੜ ਦੇ ਇਹੋ ਜਿਹੀ ਰੀਤ ਨੂੰ, ਸਾੜ ਕੇ ਕੀ ਰਹਿ ਜਾਂਦਾ ਹੈ? ਨਥਿੰਗ। ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਅੱਗੇ ਕੁਛ ਹੈਗਾ, ਨਾਨਕ ਸਾਈ ਪਤਾ ਨਹੀਂ, ਜੇ ਸਾਹਿਬ ਸੇਤੀ ਪਤ ਰਹੇ, ਕੁਝ ਇਹੋ ਜਿਹੀ ਹੈ। ਨਾਨਕ ਸਮਥਿੰਗ। ਸੋ ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ। ਹੁਣ ਕਿਹੜੇ ਨੇ?
ਚੰਗੇ ਕਿਹੜੇ ਨੇ? ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ। ਹੁਣ ਮੈਂ ਇੰਨਾ ਕੁਝ ਕੀਤਾ ਏ ਤੇ ਕੀ ਮੈਂ ਆਪਣੇ ਰੱਬ ਜੀ ਨੂੰ ਚੰਗਾ ਲੱਗਦਾ? ਵੈਰੀ ਸਿੰਪਲ ਟੂ ਟੈਸਟ। ਜੇ ਮੈਂ ਚੰਗਾ ਲੱਗਦਾ, ਕੀਪ ਡੂਇੰਗ। ਤੇ ਜੇ ਮੈਂ ਡਰਾਮੇਬਾਜ਼ੀ ਕਰ ਰਿਹਾ, ਭਈ ਬਾਬਾ ਜੀ ਦੇ ਕਮਰੇ ਚ ਗਏ ਤੇ ਤਿਉੜੀ ਹਟ ਗਈ, ਉੱਥੋਂ ਬਾਹਰ ਆਏ ਤੇ ਤ੍ਰਿਪਟੀ ਚੜੀ ਹੋਈ ਹੈ, ਸਾਰਾ ਦਿਨ ਹੀ ਚੜੀ ਰਹਿੰਦੀ। ਜਿਹੜਾ ਆਵੇ ਉਹੀ ਰਾਜੀ ਜਾਵੇ, ਉਸੇ ਨੂੰ 2 ਪ੍ਰਸ਼ਾਦੇ ਛਕਾ ਦਿਓ, ਗਾਲਾਂ ਕੱਢ ਦਿਓ, ਗੁੱਸੇ ਹੋ ਜਾਓ, ਟੋਕ ਦਿਓ। ਲੋੜ ਹੈ ਗੁਰਬਾਣੀ ਨੂੰ ਅੰਦਰ ਲਿਜਾਣ ਦੀ। ਜੋ ਭਾਵੇਂ ਮੇਰੇ ਹਰ ਭਗਵੰਤਾ, ਜਦੋਂ ਸੋਦਰ ਦੇ ਪਾਠ ਕੀਤਾ ਸੀ ਉਹਦੇ ਵਿੱਚ ਵੀ ਇਹੀ ਆਇਆ ਸੀ ਕਿ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾ ਆਵਣ। ਕਿਹੜੇ? ਸਹੀ ਤੁਧ ਨੂੰ ਗਾਵਣ ਜੋ ਤੁਧ ਭਾਵਨ, ਜੋ ਭਾਵੇਂ ਮੇਰੇ ਹਰ ਭਗਵੰਤ। ਬਾਣੀ ਦੇ ਵਿੱਚੋਂ ਬਾਣੀ ਦਾ ਅਰਥ ਬਹੁਤ ਛੇਤੀ ਲੱਭ ਜਾਂਦਾ। ਗੁਰ ਕੀ ਬਾਣੀ ਗੁਰ ਤੇ ਜਾਤ। ਲੱਗਦਾ ਨਹੀਂ ਹੈ ਕਿ ਕਿਸ ਤਰ੍ਹਾਂ ਮਾਲਕ ਨੇ ਪਰੋ ਕੇ ਅਸੀਂ ਕਿਸੇ 4 ਵਾਰੀ ਜੇ ਰੋਟੀ ਬਣਾਉਣੀ ਪੈ ਜੇ ਬੇਲੋੜੀ, ਤੇ ਅਸੀਂ ਕਹਿੰਦੇ ਅਸੀਂ ਥੱਕ ਗਏ ਹਾਂ। ਤੁਹਾਡਾ ਤੇ ਨਖਰਾ ਹੀ ਨਹੀਂ ਬਾਜ ਆਉਂਦਾ। ਤੇ ਰੱਬ ਜੀ ਨੇ ਪਰੋ ਸਾਡੇ ਅੱਗੇ ਰੱਖਿਆ ਹੋਇਆ, ਅਸੀਂ ਖਾਧਾ ਹੀ ਨਹੀਂ ਅੱਜ ਤੱਕ। ਤੇ ਰੱਬ ਜੀ ਨੇ ਤਾਂ ਵੀ ਕਦੀ ਤਿਉੜੀ ਨਹੀਂ ਪਾਈ। ਹੋਰ ਕੇ ਗਾਵਨ ਸੇ ਮੈਂ ਚਿਤ ਨਾ ਆਵਨ, ਸਹੀ ਤੁਧ ਨੂੰ ਗਾਵਨ ਜੋ ਤੁਧ ਪਾਵਨ। ਸਹੀ ਜੋ ਭਾਵੇਂ ਮੇਰੇ ਹਰ ਭਗਵੰਤਾ। ਐਨ ਸਾਰ ਜਿਹੀ ਹੋ ਕੇ ਚੱਲਦੀ ਹੈ। ਮੈਨੂੰ ਤੇ ਏਦਾਂ ਦਾ, I could be wrong. That's all for the day. ਹਾਂਜੀ, ਬਹੁਤ ਵਧੀਆ ਜੀ, ਵੈਰੀ ਨਾਈਸ ਵਿਚਾਰ। ਅੱਛਾ ਜੀ। ਓਹ ਦੇਖ ਮੇਰਾ ਢਿੱਡ ਇੱਥੇ ਆ ਗਿਆ ਜੀ। ਇੱਕ ਗੱਲ ਮੇਰੇ ਦਿਮਾਗ 'ਚ ਜ਼ਿਹਨ 'ਚ ਆ ਰਹੀ ਸੀਗੀ, ਜਿਹੜੀ ਮੈਂ ਸ਼ੇਅਰ ਵੀ ਕਰਨਾ ਚਾਹ ਰਿਹਾ ਸੀਗਾ, ਪਰ ਚੂੰਕਿ ਹੁਣ ਟਾਈਮ ਲਿਮਿਟਿਡ ਰਹਿੰਦਾ ਤੇ ਆਈ ਵੋਂਟ ਟੇਕ ਮਚ ਆਫ ਦ ਟਾਈਮ ਫॉर ਕੁਐਸਚਨ ਆਨਸਰਸ। ਪਰ ਮੈਂ ਸਮਝਦਾ ਕਿ ਜੇ ਅਸੀਂ ਵਿਚਾਰਾਂ ਨੂੰ ਰਿੜਕਾਂਗੇ ਤੇ ਉਹਦੇ ਵਿੱਚੋਂ ਕੁਛ ਨਾ ਕੁਛ ਸਾਨੂੰ ਵਧੀਆ ਚੀਜ਼ ਮਿਲ ਕੇ ਆਏਗੀ, which means if we share our thoughts and we churn over it, we may get something good. ਜਿੱਦਾਂ ਦਹੀਂ ਨੂੰ ਰਿੜਕ ਕੇ ਮੱਖਣ ਨਿਕਲਦਾ। ਇੱਕ ਜਿਹੜੀ ਗੱਲ ਕਹੀ ਸੀ ਕਿ ਸ਼ੋਰ ਕਿ ਦਹੀਂ ਰੜਕਣ ਗਏ ਆ, ਮਾਫ ਕਰਨਾ ਮੇਰਾ, ਹਾਂਜੀ ਹੁਣ ਮੈਂ ਜਰਾ ਚਿਲ ਕਰਨਾ ਚਾਹੁੰਦਾ। ਕੋਈ ਨਹੀਂ, ਆਰ ਵੀ ਸ਼ੋਰ ਕਿ ਦਹੀਂ ਰੜਕਣ ਲੱਗਿਆ ਕਿਧਰੇ ਮਾਲਕ ਕਹਿੰਦਾ ਪੋਖਰ ਨੀ ਵਰੋਲੀਏ ਤੇ ਮੱਖਣ ਨਹੀਂ ਰੀਸੈ। ਇਹ ਤਾਂ ਸਿਆਣੇ ਨੂੰ ਪਤਾ ਹੈ ਜੀ ਇਹ ਗੱਲਾਂ ਦਾ। ਹਾਂਜੀ ਪਲੀਜ਼ ਕਰੀਏ। ਜਿਹੜੀ ਗੱਲ ਸੀਗੀ ਕਿ ਕੀ ਇਕੱਲੇ ਵਾਹਿਗੁਰੂ ਵਾਹਿਗੁਰੂ ਕਹਿਣਾ ਚਾਹੀਦਾ ਜਾਂ ਨਹੀਂ। ਆਈ ਨੋ ਇਟਸ ਅ ਪਰਸਨਲ ਥਾਟ, ਤੇ ਅਸੀਂ ਲਾਸਟ ਟਾਈਮ ਵੀ ਜ਼ਿਕਰ ਕੀਤਾ ਸੀ ਕਿ ਧਿਆਉਣਾ ਕਿੱਦਾਂ। ਤੇ ਮੈਂ ਸ਼ਿਸ਼ੋਪੰਜ ਦੇ ਵਿੱਚ ਪਿਆ ਸੀਗਾ ਕਿ ਜੇ ਮੈਨੂੰ ਪਾਠ ਨਾ ਕਰਨਾ ਆਉਂਦਾ ਹੋਏ ਜਾਂ ਮੈਂ ਅੰਗੂਠਾ ਛਾਪ ਹੋਵਾਂ ਤੇ ਮੈਂ ਕਿੱਦਾਂ ਵਾਹਿਗੁਰੂ ਨੂੰ ਧਿਆਵਾਂਗਾ। ਤੇ ਵਾਹਿਗੁਰੂ ਨੂੰ ਧਿਆਨ ਲਈ ਕੀ ਮੈਂ ਉਹਨੂੰ ਬਾਰ-ਬਾਰ ਜਪਣਾ ਮੇਰੇ ਲਈ ਉਹ ਇਟਸ ਅ ਰਾਈਟ ਥਿੰਗ। ਤੇ ਫਿਰ ਮੈਂ ਗੁਰਬਾਣੀ ਕੋ ਪੁੱਛਿਆ ਤੇ ਆਈ ਗੈਟ ਫਿਊ ਆਨਸਰਸ ਐਂਡ ਆਈ ਮੇ ਬੀ ਰੋਂਗ। ਤੁਸੀਂ ਸਿਆਣੇ ਹੋ ਤੇ ਪ੍ਰਕਾਸ਼ ਪਾਇਓ ਸਾਰੇ ਜਣੇ। ਜਪਜੀ ਦੇ ਵਿੱਚ ਆਉਂਦਾ ਹੈ ਕਿ 1 2 ਜੀਬੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼। ਵੀ ਜੇ ਮੇਰੀ ਜੀਭ ਜਿਹੜੀ ਹੈ ਉਹ ਇੱਕ ਨੂੰ ਛੱਡ ਕੇ ਲੱਖ ਹੋ ਜਾਏ, ਉਹ ਲੱਖ ਨਾ ਹੋ ਕੇ ਵੀ ਉਹ 20 ਲੱਖ ਹੋਵੇ, ਤੇ ਹਰ ਇੱਕ ਜੀਭ ਦੇ ਨਾਲ ਮੈਂ ਲੱਖ ਵਾਰੀ ਵਾਹਿਗੁਰੂ ਦਾ ਮੈਂ ਸਿਮਰਨ ਕਰਾਂ ਤਾਂ ਵੀ ਉਹ ਚੀਜ਼ ਘੱਟ ਹੈ। ਫਿਰ
ਫਿਰ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈਗਾ, ਕਬੀਰ ਕੇਸੋਂ ਕੇਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੇ ਪੁਕਾਰ। ਮੈਂ ਇਹ ਸੋਚਾਂ ਕਿ ਮੈਂ ਜੇ ਰੱਬ ਨੂੰ ਧਿਆਣਾ ਹੈ ਤੇ ਕੀ ਮੈਂ ਵਾਹਿਗੁਰੂ ਵਾਹਿਗੁਰੂ ਕਰਕੇ ਵੀ ਧਿਆ ਸਕਦਾ, ਜਾਂ ਮੈਨੂੰ ਉਹ ਗਿਆਨ ਦੀ ਪ੍ਰਾਪਤੀ, ਉਹ ਖਟ ਕਰਮ ਜਾਂ ਸ਼ਾਸਤਰ ਜਾਂ ਮੈਨੂੰ ਅਸਹਿਜ ਪਾਠ ਜਾਂ ਇਹ ਸਭ ਚੀਜ਼ਾਂ ਪਹਿਲੇ ਕਰਾਂ ਤੇ ਫਿਰ ਮੈਨੂੰ ਫਿਰ ਪ੍ਰਾਪਤੀ ਹੋਏਗੀ। ਫਿਰ ਗੁਰਬਾਣੀ ਦੇ ਵਿੱਚ ਹੀ ਮੈਨੂੰ ਆਨਸਰ ਮਿਲ ਗਿਆ। ਕਹਿੰਦੇ ਹੈ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਦੈਨ ਮੈਂ ਸੋਚਾਂ ਕਿ ਧਰੂ ਪ੍ਰਹਲਾਦ ਜਿਹੜਾ 5 ਸਾਲ ਦਾ ਬੱਚਾ, ਉਹਨੇ ਕਿੱਦਾਂ ਰਾਮ ਜਪਿਆ ਹੋਏਗਾ, ਉਹਨੇ ਕਿਹੜੇ ਸ਼ਾਸਤਰ ਪੜ੍ਹੇ ਹੋਣਗੇ, ਜਾਂ ਉਹਨੇ ਕਿਹੜੀ ਪੜ੍ਹਾਈ ਕੀਤੀ ਹੋਏਗੀ। ਤੇ 5 ਸਾਲ ਦੇ ਬੱਚੇ ਨੇ ਜਿਹੜੇ ਨਾਮ ਤੇ ਆਇਆ ਹੈ, ਔਰ ਜਿਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਇੰਨੀ ਵਾਰੀ ਆਇਆ ਹੈ, ਤੇ ਉਹਨੇ ਜਿਸ ਤਰ੍ਹਾਂ ਰਾਮ ਤੇ ਆਇਆ ਹੈ, ਤੇ ਕੀ ਮੈਂ ਉਸ ਤਰ੍ਹਾਂ ਰਾਮ ਤੇ ਆ ਸਕਦਾ? ਤੇ I may be wrong in this, ਤੇ I think chanting ਵਾਹਿਗੁਰੂ ਜਾਂ chanting ਸਤਨਾਮ ਵਾਹਿਗੁਰੂ ਜਾਂ ਉਹ ਬਾਰ-ਬਾਰ ਮਨ ਦੇ ਅੰਦਰ ਧਿਆਨ ਆ, it leads to that state of mind ਜਿੱਥੇ ਤੁਸੀਂ ਇੱਕਮਿਕ ਹੋ ਸਕਦੇ ਹੋ ਵਾਹਿਗੁਰੂ ਦੇ ਨਾਲ। ਤੇ ਇੰਨੀ ਕੀ ਗੱਲ ਮੈਂ ਕਹਿਣੀ ਸੀ, ਬਾਕੀ ਤੁਸੀਂ। ਇੱਕ ਇਨਫੈਂਟ ਬੱਚਾ ਹੈ ਜਿਹੜਾ ਮਾਂ ਦੇ ਨਾਲ ਸੌਂਦਾ ਹੈ, ਪਰਮਿੰਦਰ ਸਿੰਘ ਜੀ। ਇੱਕ 10 ਸਾਲ ਦਾ ਬੱਚਾ ਜਿਹੜਾ ਮਾਂ ਦੇ ਨਾਲ ਸੌਂਦਾ, ਮਾਂ ਰਾਤੀ ਸੁੱਤੀ ਹੋਈ ਹੈ, 10 ਸਾਲ ਦਾ ਬੱਚਾ ਮੰਮੀ ਕਹਿੰਦਾ ਤੇ ਮੰਮੀ ਜਾਗ ਜਾਂਦੀ ਹੈ। ਜੇ ਆਪਣੇ ਕਮਰੇ ਚੋਂ ਵੀ ਮੰਮੀ ਨੂੰ ਆਵਾਜ਼ ਦਿੰਦਾ ਤੇ ਮੰਮੀ ਜਾਗ ਜਾਂਦੀ ਹੈ, ਰਾਈਟ ਜੀ। ਜਿਹੜਾ ਇਨਫੈਂਟ ਹੈ ਉਹ ਤੇ ਬੋਲ ਹੀ ਨਹੀਂ ਸਕਦਾ, ਮੰਮੀ ਫਿਰ ਵੀ ਜਾਗ ਜਾਂਦੀ। ਜਿਸ ਵੇਲੇ ਉਹ ਉੱਠਦਾ ਹੈ, ਨਹੀਂ ਮੰਮੀ ਉਦਾਂ ਨਹੀਂ ਲੱਗਦੀ, ਖਿਆਲ ਰਹੇ। ਜਦੋਂ ਉੱਠ ਜਾਂਦਾ ਮੰਮੀ ਨੂੰ ਨਹੀਂ ਪਤਾ ਲੱਗਦਾ, ਉਹ ਉੱਠ ਕੇ ਉਹਦਾ ਇੱਕ ਵਸਬ ਬਣਿਆ ਹੁੰਦਾ ਹੈ, ਉਹ ਮਾੜਾ ਜਿਹਾ ਇੱਧਰ ਉੱਧਰ ਹੱਥ ਮਾਰਦਾ ਜਾਂ ਤੇ ਆਵਾਜ਼ ਕੱਢਦਾ, ਤੇ ਜੇ ਉਹ ਗੂੰਗਾ ਹੋਵੇ ਤੇ ਉਹ ਹੱਥ ਲਾਉਂਦਾ ਮਾਂ ਨੂੰ। ਉਹਦਾ ਹੱਥ ਲਾਣਾ ਕਿਸੇ ਚੈਂਟਿੰਗ ਤੋਂ ਘੱਟ ਨਹੀਂ ਹੁੰਦਾ। ਚੈਂਟਿੰਗ ਦੇ ਪਿੱਛੇ ਹੈ ਕੀ? ਇਹ ਫੀਲਿੰਗ, ਇਹ ਅਹਿਸਾਸ, ਇਹ ਅਵੇਅਰਨੈਸ ਕਿ ਤੂੰ ਹੈ, ਵਾਹ ਤੇਰੀ ਰਜ਼ਾ ਹੈ। ਜਦੋਂ ਮੈਂ ਕੇਸੋ ਕੇਸੋ ਕੂਕੇ, ਉਹਦੇ ਚ ਹੈ ਉਹ ਗੱਲ ਕੁਛ ਹੋਰ ਹੈ। ਉਹ ਕਹਿੰਦਾ ਸਿਰਫ ਤੂੰ ਉਹੀ ਕੂਕੀ ਜਾ। ਕੂਕਣੇ ਦਾ ਮਤਲਬ ਇਹ ਨਹੀਂ ਹੈ ਕਿ ਬੈਠ ਜਾ ਤੇ ਘੋਰੜੂ ਤੇਰਾ ਵੱਜ ਜਾਏ ਤੇ ਬੋਲੀ ਜਾ। ਪਹਿਲੀ ਗੱਲ ਤੇ ਸਭ ਤੋਂ ਵੱਡੀ ਸਾਡੀ ਜਿਹੜੀ ਦਿੱਕਤ ਹੈ ਨਾ, ਅਸੀਂ ਕਿਸੇ ਨੇ ਭੱਟਾਂ ਦੇ ਸਵਈਏ ਨਹੀਂ ਪੜ੍ਹ ਚੱਜ ਨਾਲ, ਮਾਫ ਕਰਨਾ, ਜੇ ਕਿਤੇ ਭੱਟਾਂ ਦੇ ਸਵਈਏ ਪੜ੍ਹ ਲਈਏ ਤੇ ਉਹਦੇ ਵਿੱਚ ਵਾਹਿਗੁਰੂ ਦਾ ਨਸਤਾਰਾ ਹੋ ਜਾਂਦਾ। ਉਹਦੇ ਚ ਵਾਹ ਗੁਰੂ ਹੈ, ਭਈ ਗੁਰੂ ਵਾਹ ਹੈ ਤੂੰ। ਗੁਰੂ ਦੇ ਕਰਤੱਵ ਦੇਖ ਕੇ, ਗੁਰੂ ਦੀਆਂ ਬਖਸ਼ਿਸ਼ਾਂ ਦੇਖ ਕੇ ਉਹਦੇ ਤੇ ਆਫਰੀਨ ਜਾਣਾ ਵਾਹਿਗੁਰੂ ਹੈ। ਵਾਹੇ ਲਫ਼ਜ਼ ਹੀ ਨਹੀਂ ਹੈ। That is fine, but ਉਹ ਭਾਵੇਂ ਵਾਹਿਗੁਰੂ ਹੈ, ਭਾਵੇਂ ਰਾਮ ਹੈ, ਭਾਵੇਂ ਨੋ, ਕ੍ਰਿਸ਼ਨ। ਮੈਂ ਤੁਸੀਂ ਕੇਸੋ ਕੇਸੋ ਦੀ ਗੱਲ ਕਰ ਰਹੇ ਹੋ ਨਾ, ਤੁਸੀਂ ਕਰੋ ਫਿਰ ਕੇਸੋ ਕੇਸੋ ਕਰੋ ਨਾ। ਫਿਰ ਕਿਰਤਮ ਨਾਮ ਕਥੇ ਤੇਰੇ ਜੇਬਾ, ਸਚ ਨਾਮ ਤੇਰਾ ਪਰਾ ਪੂਰਬਲਾ। ਗੁਰਬਾਣੀ ਦੇ ਵਿੱਚ ਕੋਈ 40-50 ਇੱਕ ਸ਼ਬਦ ਹੈਗਾ ਸਿਰਫ, ਉਹਦੇ ਚ ਕੋਈ 40-50 ਨਾਮ, ਬੜਾ ਹੈਗੀ ਹੈ ਸੋਲੇ ਟਾਈਪ ਅਸ਼ਟਪਦੀ ਹੈ, ਉਹਦੇ ਚ 40-50 ਨਾਮ ਆਉਂਦੇ ਨੇ ਵਾਹਿਗੁਰੂ ਦੇ। ਅਸੀਂ ਕੋਈ ਵੀ ਨਹੀਂ ਲੈਂਦੇ ਹੋਰ, ਅਸੀਂ ਸਿਰਫ ਇੱਕੋ ਹੀ ਨਾਮ ਲੈਂਦੇ ਹਾਂ। ਫਿਰ ਸਾਨੂੰ ਇਹ ਵੀ ਨਹੀਂ ਪਤਾ, ਸਾਡਾ ਨਿਆਣਾ ਕਵੇ ਕਿ ਪੰਜਵੇਂ ਪਾਤਸ਼ਾਹ ਵੇਲੇ ਕਿਹੜਾ ਲੱਗਿਆ ਜਾਂਦਾ ਸੀ, ਸਾਨੂੰ ਪਤਾ ਹੀ ਨਹੀਂ। ਗੁਰੂ ਨਾਨਕ ਵੇਲੇ ਵਾਹਿਗੁਰੂ ਜਪਿਆ ਜਾਂਦਾ ਸੀ, ਸਾਨੂੰ ਪਤਾ ਹੀ ਨਹੀਂ। ਯੂ ਨੋ, ਸੋ ਅਸੀਂ ਜਦੋਂ ਗੱਲ ਕਰੀਏ, ਤੁਸੀਂ ਕਰਨੇ ਸ਼ੁਰੂ ਕਰ ਦਿਓ, ਤੁਸੀਂ ਕਰੀ ਚੱਲੋ। ਨਾਟ ਮੈਂ ਆਪਾਂ ਇਹ ਨਹੀਂ ਕਿਹਾ ਕਿ ਕਰੋ ਜਾਂ ਨਾ ਕਰੋ, ਖਿਆਲ ਰਹੇ। ਤੁਸੀਂ ਆਪਣੀ ਵਿਚਾਰ ਦਿੱਤੀ ਹੈ ਕਿ ਤੁਹਾਡਾ ਖਿਆਲ ਹੈ ਕਿ ਜੇ ਉਦਾਂ ਕਰੀ ਜੇ ਤੇ ਇਟ ਮੇ ਲੀਡ ਟੂ, ਯੈਸ ਇਟ ਮੇ ਲੀਡ ਟੂ। ਮੈਂ ਕਹਿੰਦਾ ਇਟ ਮਾਈਟ ਨਾਟ ਬੀ। ਵਾਟ ਇਫ
Do you have 2 ages? Are you sure ਕਿ ਇੱਕ ਚਲੋ ਇੱਕ ਵਾਰੀ ਨਹੀਂ ਤੇ ਚਲੋ ਦੂਜੀ ਵਾਰੀ ਸਹੀ, ਇੱਕ ਬਿਜ਼ਨਸ ਫੇਲ ਹੋ ਗਿਆ ਦੂਜੀ ਵਾਰੀ ਕਰ ਲਾਂਗੇ। ਇਹੀ ਤੇਰਾ ਅਫਸਰ, ਇਹੀ ਤੇਰੀ ਵਾਰ। ਤੇ ਜੇ ਗਲਤ ਹੋ ਗਿਆ ਤੇ ਫਿਰ ਉਹ ਜਿਹੜੇ ਪੂਰਾ ਸ਼ਬਦ ਨਹੀਂ ਪੜਿਆ ਨਾ, ਇੱਕ ਦੂ ਜੀਬੋਂ ਲੱਖ ਹੋਵੇ, ਲੱਖ ਹੋਵੇ ਲੱਖ ਹਾਂਜੀ। ਵੀ, ਉਹਨੂੰ ਸਾਰਾ ਇਹ ਤਰਾਪਤ ਪਵੜੀਆਂ ਹਾਂ ਨਹੀਂ, ਉਹ ਆਪਣੇ ਵਿਚਾਰ ਦੇ ਰਹੇ ਨੇ। ਉਹ ਕੂੜੇ ਕੂੜੀ ਠੀਸ ਆ, ਉਹ ਕੂੜੇ ਦੀ ਠੀਸ ਆ। ਹਾਂ, ਨਜ਼ਰ ਦੀ ਗੱਲ ਨਾਨਕ ਨਜ਼ਰੀ ਪਾਈਏ, ਕੂੜੇ ਕੂੜੀ ਠੀਸ। ਉਹ ਠੀਸ ਜੋ ਕੁਝ ਮੈਂ ਕੀਤਾ, ਮੇਰੇ ਇੱਕ ਦੂਜੀ ਲੱਖ ਹੋਵੇ ਲੱਖ 20 ਲੱਖ ਲਾ ਗੇੜਾ ਕਿ ਇੱਕ ਨਾਮ ਜਗਦੀਸ਼, ਇਹ ਤਰਾਪਤ ਪੌੜੀਆਂ ਚੜੀਆਂ ਹੋਏ ਕੀ ਸੁਣ ਗੱਲਾਂ ਆਕਾਸ਼ ਕੀ ਕੀਤਾ ਰੀਸ, ਨਾਨਕ ਨਜ਼ਰੀ ਪਾਈਏ ਕੂੜੀ ਕੂੜੇ ਠੀਸ। ਅੱਛਾ, ਹੁਣ ਗੁਰੂ ਸਾਹਿਬ ਕਹਿੰਦੇ ਵੀ ਨਾਮ ਅਸਲ ਚ ਹੈ ਕੀ ਹੈ? ਅੱਖਰੀ ਨਾਮ, ਅੱਖਰੀ ਸਲਾਹ, ਕਿ ਜਿਹੜੇ ਅੱਖਰ ਨੇ ਗੁਰਬਾਣੀ, ਇਹ ਹੀ ਅਸਲ ਚ ਨਾਮ ਹੈ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੋਂ ਦੇ ਦ੍ਰਿੜਾਏ। ਗੁਰੂ ਦਾ ਗਿਆਨ ਹੀ ਇਹ ਨਾਮ ਹੈ, ਜਿਸ ਪ੍ਰਾਪਤ ਸੋਲ ਹੈ ਗੁਰ ਚਰਨੀ ਲਾਗੇ ਆਏ। ਕਿ ਗੁਰ ਸੇਵਾ ਤੇ ਕਰਨੀ ਸਾਰ, ਰਾਮ ਨਾਮ ਰਾਖੋ ਰਧਾਰ। ਗੁਰਬਾਣੀ ਵਰਤੀ ਇਸ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏਗਾ। ਨਾਲੇ ਨਾਮ ਦੀ ਅਸੀਂ ਗੱਲ ਕੀਤੀ ਕਰ ਸਿੰਘ ਜੀ, ਇਸ ਵਾਰੀ ਇਹਦੇ ਵਿੱਚ ਵਧਾ ਲਓ ਆਪਣੇ ਨਾਲ। ਨਾਮ ਦੇ 7 ਸਿਨੋਨਿਮਸ ਅਸੀਂ ਕੀਤੇ ਹੋਏ ਨੇ। ਨਾਮ ਦਾ ਮੈਂ ਨਾ ਹੁਕਮ ਵੀ ਹੈ ਨਾਲੇ ਹੁਣ ਪ੍ਰਮਾਤਮਾ ਦੇ ਜਿੰਨੇ ਵੀ ਨਾਮ ਨੇ ਸਾਰੇ ਐਡਜੈਕਟਿਵ ਨਾਮ ਨੇ, ਇਹ ਗੁਣਵਾਤਮਕ ਨਾਮ ਨੇ ਪ੍ਰਮਾਤਮਾ ਦੇ। ਪ੍ਰਮਾਤਮਾ ਦਾ ਕੋਈ ਨਾਂ ਹੈ ਹੀ ਨਹੀਂਗਾ, ਉਹਦੇ ਗੁਣਾਂ ਦੇ ਨਾਮ ਨੇ ਪ੍ਰਮਾਤਮਾ ਦੇ। ਜਿੰਨੇ ਵੀ ਗੁਣ ਆ ਉਹਦੇ ਆਧਾਰ ਤੇ ਲੋਕਾਂ ਨੇ ਨਾਮ ਰੱਖਿਆ ਹੈ। ਹੁਣ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਫਲਤ ਮੁਖ ਉਜਲ ਹੋਈਏ। ਉਹ ਆਪਾਂ ਤੇ ਫਿਰ ਉਹ ਪਹੁੰਚੋ ਖੋਤੀ ਬੋੜ ਥੱਲੇ ਹੋ ਗਏ ਨਾ। ਫਿਰ ਦੇਖੋ ਇੱਕ ਥਾਂ ਗੁਰੂ ਕਹਿ ਰਹੇ ਜਪ ਮਨ ਸਤਨਾਮ ਸਦਾ ਸਤਨਾਮ, ਓਕੇ। ਫਿਰ ਅਗੇ ਹਲਤ ਫਲਤ ਮੁਖ ਉਜਲ ਹੋਈਏ, ਹਰ ਧਿਆਈਏ ਪੁਰਖ ਨਰੰਜਨਾ। ਅੱਛਾ, ਇੱਕ ਤਾਂ ਗੁਰੂ ਕਹਿੰਦੇ ਤੂੰ ਸਤਨਾਮ ਕਰੀ ਜਾ, ਦੂਜੇ ਥਾਂ ਕਹਿੰਦੇ ਉਹ ਨਰੰਜਨ ਹੈ, ਉਹਨੂੰ ਧਿਆ। ਜੈ ਹਰ ਸਿਮਰਨ ਭਇਆ ਤੈਂ ਬਾਤ ਗਤ ਕੀਨੀ, ਵਡਭਾਗੀ ਹਰ ਜਪਨਾ। ਜਨ ਨਾਨਕ ਕੋ ਗੁਰ ਇਹ ਮਤ ਦੇਨੀ, ਜਪ ਹਰ ਭਵਜਲ ਕਰਨ। ਹੁਣ ਜਿਹੜਾ ਹਰ ਆ ਨਾ, ਇਹ ਵੀ ਪ੍ਰਮਾਤਮਾ ਦਾ ਐਡਜੈਕਟਿਵ ਨੇਮ ਆ। ਰਾਰੇ ਨੂੰ ਸਿਹਾਰੀ ਆ, ਜਿਹੜਾ ਸਰਬ ਵਿਆਪਕ ਆ, ਹਰ ਇੱਕ ਚ ਜਿਹੜਾ ਵਾ। We have to look for ਕਿ ਗੁਰੂ ਸਾਹਿਬ ਨੇ ਸ਼ੁਰੂਆਤ ਵਿੱਚ ਅਸੀਂ ਗੱਲਾਂ ਕੀਤੀਆਂ ਨੇ ਬੜੀਆਂ ਯਾਰ, 9 ਐਟਰੀਬਿਊਟਸ। ਉਹ ਐਟਰੀਬਿਊਟ ਨੂੰ ਜੇ ਮੈਂ ਆਪਣੇ ਅੰਦਰ ਇਨਕਲਕੇਟ ਕਰ ਲਵਾਂ, ਗੁਣ ਨਿਧਾਨ ਗੁਣ 3 ਹੀ ਗਾਏ। ਉਹ ਕਿਹੜੇ ਨੇ ਗੁਣ ਨਿਧਾਨ ਦੇ ਗੁਣ? ਉੱਥੇ ਉਹ ਗੁਣ ਗਾਣ ਦੇ ਕਹਿੰਦਾ ਪਿਆ, ਪਰ ਅਸੀਂ ਕਿਉਂ ਇੱਕ ਥਾਂ ਤੇ ਸਟਾਕਾਂ ਵੀ ਕੇਸੋ ਕੁਕੀਏ। ਗੁਣ ਗਾ ਤੂੰ ਉਹਦੇ, ਗੁਣ ਗਾਵਤ ਤੇਰੀ ਉਤਰਸ ਮੈਲ। ਜੈ ਸਿਮਰਨ ਭਇਆ ਤਾਂ ਉਪਾਦਗਤ ਕੀ ਨਹੀਂ। ਇਸ ਤਰ੍ਹਾਂ ਮਿਲਾਨ ਕਰੋ ਆਪਣੇ ਥਾਟ ਪ੍ਰੋਸੈਸ ਦਾ। ਜਿਸਨੂੰ ਬਖਸ਼ੇ ਸਲਾਹ, ਜਿਸਨੂੰ ਬਖਸ਼ੇ ਸਲਾਹ, ਨਾਨਕ ਪਾਤਸ਼ਾਹ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਛੱਡ ਸਾਰੇ ਨਾਮ, ਤੂੰ ਉਹਦੀ ਰਜਾ ਨੂੰ ਰਹਿਣਾ, ਤੂੰ ਪਾਤਸ਼ਾਹ ਬਣ ਜਾਏਗਾ। ਲੋੜ ਹੈ ਮੈਨੂੰ ਉਹਦੇ ਗੁਣਾਂ ਨੂੰ ਧਾਰਨ ਕਰਨ। ਗੁਣ ਧਾਰਨ ਹੋ ਗਏ ਤੇ ਕੀ ਹੋ ਜਾਏਗਾ? ਮੈਂ ਸਿਮਰਨ ਕੀਤਾ ਹੋਇਆ ਨਾ। ਫਿਰ ਜੇ ਤੂੰ ਗੱਲ ਕਰਕੇ ਆਏ ਬਿਨ ਗੁਣ ਕੀਤੇ ਭਗਤ ਨਾ ਹੋਏ। Is it a question to me? ਗੱਲ ਕਰ ਰਹੇ ਹਾਂ, ਜੇ ਮੈਂ ਗੁਣ ਧਾਰਨ ਕਰ ਲਾਂ ਤੇ ਮੇਰੇ ਔਰ ਪਰਮਾਤਮਾ ਦੇ ਵਿੱਚ ਫਿਰ ਫਰਕ ਨਹੀਂ ਰਹਿ ਜਾਏਗਾ। ਤੇ ਮੇਰਾ ਗੋਲ ਕੀ ਹੈ? ਫਰਕ ਤਾਂ ਹੁਣ ਵੀ ਨਹੀਂਗਾ। ਫਰਕ ਤੂੰ ਆਪ ਬਣਾਇਆ, ਫਰਕ ਤਾਂ ਹੁਣ ਵੀ ਨਹੀਂ ਹੈਗਾ। ਫਰਕ ਨਹੀਂ ਹੈਗਾ, ਫਰਕ ਤੂੰ ਆਪ ਕ੍ਰੀਏਟ ਕੀਤਾ ਹੋਇਆ। ਫਰਕ ਨਹੀਂ ਕੀਤਾ, ਪਰ ਸਾਨੂੰ ਉਹ ਦੀਦਾ ਨਹੀਂ ਹੈ, ਸਾਨੂੰ ਉਹਦੀ ਪਛਾਣ ਨਹੀਂ ਹੈ ਸਾਡੇ ਅੰਦਰ ਤੇ ਹੈਗਾ। ਅਸੀਂ ਮੈਟਰ ਦੇ ਵਿੱਚ ਬਿਲੀਵ ਕਰਦੇ ਹਾਂ ਨਾ। ਤੁਸੀਂ ਗੱਲਾਂ ਹੀ ਨਹੀਂ ਕਰ ਰਹੇ ਆ, ਇਹ ਤੁਸੀਂ ਕਰ ਰਹੇ ਆ ਕਿ ਉਹ ਕਰ ਰਿਹਾ? ਇੱਥੇ ਸ਼ੁਰੂ ਹੁੰਦੀ ਗੱਲ, ਇੱਥੇ ਗੱਲ ਸ਼ੁਰੂ ਹੁੰਦੀ ਹੈ। ਜੇ ਸਮਝ ਕਿਉਂ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ, ਤੇ ਮੇਰੇ ਵਰਗਾ ਕਹਿੰਦਾ ਗਾਲਾਂ ਕੱਢੀਆਂ ਉਹਨੇ ਕਢਾਈਆਂ, ਮੈਂ ਤੇ ਕੱਢੀਆਂ ਨਹੀਂ।
ਜਦੋਂ ਇੰਨੀ ਸਮਝ ਆ ਵੀ ਗੱਲ ਮੈਂ ਨਹੀਂ ਕਰ ਰਿਹਾ ਉਹ ਕਰਨੇ, ਫਿਰ ਸਿਮਰਨ ਦੀ ਲੋੜ ਨਹੀਂ ਰਹਿੰਦੀ। ਫਿਰ ਯੂ ਡਨ, ਯੂ ਕੰਪਲੀਟ ਯੂਰ ਡਿਗਰੀ। ਅੱਗੇ ਵੀ ਅਸੀਂ ਗੱਲ ਕੀਤੀ ਹੋਈ ਹੈ, ਫਿਰ ਲਾਸਟ ਗੱਲ ਕਰਕੇ ਤੇ ਸਮਾਪਤੀ। ਕਿਸੇ ਹੋਰ ਦੀ ਕੋਈ ਗੱਲ ਤਾਂ ਨਹੀਂ ਹੈਗੀ? I just want to share my personal journey. ਹਾਂਜੀ It's always the hidden message in the message, which we always overlook and don't catch the punchline in this. The punchline in this particular part of the Shabad is the last ਜੋ line. ਭਾਵੇਂ ਮੇਰੇ ਹਰ ਭਗਵੰਤ। That's the punchline. But you know, in my beginning of the journey, or long ago, or not even very long ago, I'm reading this as these are the things I need to do. I need to do the worship, I need to do the chanting, I need to do all this, I need to read the scriptures, I need to do the religious rites, and that will make God happy. And today it's a different, it's an awakening, an awareness. And like we talked about the Pancha Khanda, that's the journey in which we are moving. And it becomes awareness today that those are the things not to be done. We got to do things that please Paramatma. And what pleases Paramatma is where we walk the righteous path, we are virtuous, we are full of moral, and we do the right things. That's what he wants us to be. So that's my personal journey. The shift in the thinking because of Vichara classes like this. Thank you, sir. Thank you, Babaji. Bhavendra ji, one more thing. Just sometimes we limitize ourselves. We limit our thought process, whereas thought process is limitless, right? Tell me one thing. Manji. Do I have to please him? Where does the thought of pleasing him comes from the material world? That I have to chamchagiri, I have to butter, makhan lagana. यारो प्यो है मेरा, ਉਹਨੂੰ ਕਿਉਂ ਮੈਂ please ਕਰਨਾ ਹੈ? Yeah. Right? One. Yes. Number two. Manji. I am part and parcel of Vaheguru. कहो कबीर हे राम की अंश। ठीक है? Agreed? Manji. So who am I supposed to please? ਹੋਇਆ ਕੀ ਹੈ? I have to find my way. ਮੈਨੂੰ ਕਿਉਂ ਸਮਝ ਆਉਂਦੀ ਹੈ ਕਿ ਮੈਂ ਵਿਚਾਰ ਕਰਾਂ? ਮੈਨੂੰ ਕਿਉਂ ਸਮਝ ਆਉਂਦੀ ਹੈ ਕਿ ਮੈਂ ਸਿਮਰਨ ਕਰਾਂ? ਕਿਉਂ? ਕਿਉਂਕਿ ਮੈਨੂੰ ਕਲਰਜੀ ਕਲਾਸ ਨੇ ਡਰਾਇਆ ਹੈ। ਪ੍ਰੈਜ਼ੈਂਟ ਕੁਛ ਨਹੀਂ ਹੈ। ਕਿਸੇ ਨੇ ਨਹੀਂ ਕਿਹਾ ਕਿ ਤੂੰ ਹੁਣ ਨੂੰ ਸੰਭਾਲ ਲੈ ਪੁੱਤਰ। ਉਹ ਇਹ ਕਹਿੰਦਾ ਤੂੰ ਕੇਸੋ ਕੇਸੋ ਕਰ ਤੇ ਖਰੇ ਕਦੀ ਤੇਰੀ ਸੁਣ ਲਵੇ। ਅੱਜ ਤੂੰ ਕਰੀ ਜਾ, ਕੱਲ ਤੇਰੀ ਸੁਣੀ ਜਾਏਗੀ। ਅੱਜ ਤੂੰ ਸਿਮਰਨ ਕਰ ਲੈ, ਕੱਲ ਤੇਰਾ ਸੌਖਾ ਹੋ ਜਾਏਗਾ। ਇਹ ਲੋਕ ਸੁਖੀ ਹੈ, ਪਰ ਲੋਕ ਸੁਹੇਲੇ ਹੋ ਜਾਣਗੇ। ਇੱਥੇ ਸਾਨੂੰ ਮਾਰਿਆ। ਜੇ ਮੈਂ ਹੁਣ ਦੇ ਵਿੱਚ ਜੀਆਂ ਤੇ what happens, ਮਤ ਕੇ ਜਾਪੇ ਸਾ ਆਵੇ ਕਿ ਨਾ ਆਵੇ ਰਾਮ। ਮੇਰਾ ਟਾਈਟਲ ਕੀ ਹੈ? ਕਮਲਜੀਤ ਸਿੰਘ ਇੱਕਦਮੀ। ਜੇ ਅਸੀਂ ਸਾਰੇ ਲਾਸਟ ਨੇਮ ਲਿਖ ਲਈਏ ਆਪਣਾ, ਕਮਲਜੀਤ ਸਿੰਘ ਇੱਕਦਮੀ, ਇਟਸ ਨॉट रॉन्ग। क्यों? हम आदमी हाँ एकदमी। अंदर सा गया है, that could be it, that might not be। बाहर आने की गारंटी है, पर मेरा प्लान की है? क्लास खत्म करो, डाउनलोड करो, रोटियां खाओ, टीवी देखो, एकदम ही सारा कुछ सोच रहे। ਜਦੋਂ ਮੈਂ ਰੱਬ ਦੀ
ਵਿਸ਼ਾਲਤਾ ਨੂੰ ਦੇਖਦਾ। ਪੁਰਖ ਹੈ ਉਹ, ਕਰਤਾ ਪੁਰਖ, ਪੁਰਖ ਪੁਰਿਆ ਹੋਇਆ, amalgamated, absorbed in me। ਮੈਂ ਪੁੱਠਾ ਕਰ ਰਿਹਾ। ਉਹ ਜਿਹੜੀ ਗੱਲ ਹੈ ਉਹਨੂੰ ਸੁੱਟ ਪਾਉਣ ਵਾਲੀ ਨਹੀਂ ਹੈ, ਜਿਹੜੀ ਕਾਰ ਸਿੰਘ ਨੇ ਕਹੀ ਹੈ ਨਾ, ਪਰਮਿੰਦਰ ਸਿੰਘ ਕੌਣ ਬੋਲ ਰਿਹਾ? ਸਾਨੂੰ ਤੇ ਸਮਝ ਹੀ ਬੜੀ ਦੇਰ ਬਾਅਦ ਆਈ ਹੈ ਕਿ ਇਸ ਔਰੇ ਦੇ ਵਿੱਚ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਰੱਬ ਜੀ ਬੋਲ ਰਹੇ ਹੁੰਦੇ ਨੇ, ਕੋਈ ਨਹੀਂ ਬੋਲ ਰਿਹਾ ਹੁੰਦਾ। ਜਿਹੜਾ ਇੰਟੈਂਸ਼ਨਲੀ ਬੋਲਣਾ ਚਾਹੁੰਦਾ ਹੈ ਕਿ ਮੈਂ ਇਹਨੂੰ ਸ਼ਮੂਜ਼ ਕਰਾਂ, ਇਹਦੀ ਤੂੰ ਕੋ ਮੁੱਲਾਂ ਪਿੱਠ ਠੋਕਾਂ, ਸਕ੍ਰੈਚ ਬੈਕ ਕਰਾਂ, ਉਹ ਫੜਿਆ ਜਾਂਦਾ। That's the way it is। ਨਾ ਜੋ ਵੀ ਸ਼ਕਤੀ ਕੰਮ ਕਰ ਰਹੀ ਹੈ ਮਨੁੱਖ ਦੇ ਵਿੱਚ, ਉਹ ਸੱਚੇ ਪਾਤਸ਼ਾਹ, ਉਹ ਪਰਮਾਤਮਾ, ਉਹ ਮੈਂ ਨਹੀਂਗਾ। That's it। ਐਸੇ So that makes sense, Bhupinder ji? ਹਾਂਜੀ, ਥੈਂਕ ਯੂ। May add on to your journey, है ना? हाँ जी, परमजीत, ਤੁਸੀਂ ਕੁਝ ਕਹਿਣਾ ਸੀ, ਫਿਰ ਅਸੀਂ ਬੰਦ ਕਰੀਏ। You were about to say some. You I was just- unmuted and Bhupinder ji. No, nothing important. I was just going to say. Oh, अच्छा, wow। I was just going to say कि जिस तरह ਤੁਸੀਂ ਕਹਿ ਰਹੇ ਹੋ ਨਾ ਕਿ ਰਾਸ ਕਿੰਨੀ ਵਾਰ ਕਰ ਲਈ ਹੈ, ਦੁਬਾਰਾ ਕੀ ਕਰਨਾ ਹੈ, ਫਿਰ ਕੀ ਕਰਨਾ ਹੈ, ਅਸੀਂ ਕਰ ਚੁੱਕੇ ਹਾਂ, ਪਰ ਜਿੰਨਾ ਰਿੜਕਦੇ ਹਾਂ ਉਤਨਾ ਹੀ ਆਉਂਦਾ ਹੈ। ਇਹੋ ਜਿਹੇ ਵਿਚਾਰ ਸਾਨੂੰ ਬਿਲਕੁਲ ਠੀਕ ਹੈ ਕਿ ਕਰਨੇ ਚਾਹੀਦੇ ਆ, ਜਿਸ ਤਰ੍ਹਾਂ ਵੀਰ ਜੀ ਕਹਿ ਰਹੇ ਸੀ ਕਿ you know, because you've been reflecting on some of the things that you've said in class, and it's nice to discuss what my thought process was listening to this, so अच्छा लगता है। परमिंदर जी कह Reinforcement रहे हो थे, जाती है एक बार। sorry, pardon me, can you repeat the last thing? ऐसा मैं बोल गया। reinforcement हो जाती है ना कई बार। हाँ जी। what is the transpired out of SRR के भूपिंदर जी परमिंदर के should we finish the शब्द, और ਜਦੋਂ ਗੱਲ ਆਵੇ ਉਦੋਂ ਹੀ ਕਰ ਲੈਣੀ ਚਾਹੀਦੀ ਹੁੰਦੀ ਹੈ, ਔਰ ਨੈਕਸਟ ਜਿਹੜਾ ਇੱਕ ਸੈਸ਼ਨ ਹੈ ਅਸੀਂ ਜਸਟ ਓਪਨ ਕਿ ਮੇਰੀ ਟੇਕ ਕੀ ਹੈ, ਇਜ਼ देयर अ ਚੇਂਜ ਇਨ ਮੀ ਰੀਡਿੰਗ ਗੁਰਬਾਣੀ, or what changes do I expect to bring in me, in my behavior, in my awareness? Do you think it's or we can take any subject? I mean, I'm just throwing out, thinking loud, spur of the moment. But tell me if you guys need the next class, we can hold everyone's input open. Anji? I think पहले पूरा कर लइए, फिर उसके बाद फिर सारे अपना दसन what we learn from whole thing। नहीं, होल ते हाले होना नहीं है, ते हाले ते अगे चलना है ना इन्हें। पंजवें के बाद जो अच्छा, पंजवें दी, ठीक है। So other suggestion? I think my personal view is that I think that thought gets provoked when we are doing the discussion, yeah, and that's when something comes up. It says, That's where I'm coming from. Yeah. that But we then, can- I think if we interrupt you while you're doing your vichar, then you might lose your flow. नहीं, हाँ, वो नहीं, वो ते of course you get ਫਿਰ तो ਆਪਾਂ फिर- ਜਿਸ ਤਰ੍ਹਾਂ ਆਪਾਂ ਅੱਜ ਕੀਤੀ ਸੀਗੀ ਜਾਂ ਹਮੇਸ਼ਾ ਹੀ ਕਰਦੇ ਆਏ ਆ, ਤੁਸੀਂ ਵਿਚਾਰ ਕਰ ਲਓ, ਤੁਸੀਂ ਤੇ ਭਾਈ ਸਾਹਿਬ ਘਰ ਸਿੰਘ ਹੁਣੀ ਵਿਚਾਰ ਕਰਦੇ ਰਹੋ, ਤੇ ਮਗਰੋਂ ਫਿਰ at the end, you know, we no, are- then time is not left। ਫਿਰ ਮੈਨੂੰ ਹਾਂ। ਝੜਕ ਪੈਂਦੀ ਹੈ, ਇਹ ਜਿਹੜੇ ਇੰਡੀਆਨਾ ਜਿਹੜੇ 3 ਘੰਟਿਆਂ ਵਾਲੇ ਨੇ ਨਾ, ਇਹ ਮੈਨੂੰ ਗੁੱਸੇ ਹੁੰਦੇ ਨੇ ਵੀ ਆ ਤੂੰ ਟਾਈਮ ਲਾ ਲੈਂਦਾ। ਅੱਜ ਪਤਾ ਨਹੀਂ ਇਹਨੂੰ ਕਾਜ ਸਿੰਘ ਨੇ ਅੱਜ ਕੋਈ ਦੁੱਧ ਸ਼ੱਧ ਪੀ ਕੇ ਆਇਆ ਜਿਹੜਾ ਉਂਗ ਅੰਗ ਕਰਦਾ ਪਿਆ, ਨਹੀਂ ਤੇ ਸਭ ਤੋਂ ਪਹਿਲੇ ਬੋਲ ਪੈਂਦਾ। You know, so I have to take care of that. That's the reason I try to format it in such a way that no one can say anything to me unnecessarily. You know, whatever we want to take home, and we can spend another session. That doesn't matter. That doesn't bother me. So I want, as of now, that should we finish the 5th one and then do the 6th, I mean, next period for that, or aj patti garam hai, we should gather and
fathom on the कि मेरी की सोच हैगी है, and then we can spit out in the next session, and then we'll do the fifth one. We'll do following. अगले हफ्ते तक को पट्टी ठंडी हो जानी है। हाँ नहीं, जिस वेले गल हो रही होंदी उस वेले फिर भी आदमी कोई गल कर सकता, तुसी कहो यार इस तरह करके आओ, प्रिपेयर करके आओ, तां फिर साढ़े हाथ पैर पै जांदे। प्रिपेयर नहीं है ना, तुसी अपनी थॉट प्रोसेस लेके आना ना, अपने नोट्स लेके आने। I think it's when you do the same subject on ਜਿੱਦਾਂ ਇੱਕ subject ਦੇ ਉੱਤੇ ਕੋਈ ਅਗਰ ਗੱਲ ਚੱਲ ਰਹੀ ਹੈ ਤੇ ਆਉਣਾ Yeah. ਜਾਂ ਨਾ, ਤੇ ਉਸ ਬਾਰੇ ਹੀ if we spend a little bit more time and Yeah. discuss and take everybody's opinion ਜਾਂ ਉਹਨਾਂ ਦੇ personal thoughts, and then maybe something comes up during that conversation, because नहीं, next टाइम रहंदा नहीं ना यार, वो गल फिर उत्ते आ जांदी है। You think very rightly, but there we are not left much time. ਜੇ ਅਸੀਂ ਇਸ ਤਰ੍ਹਾਂ, ਹਾਂ ਜੇ ਅਸੀਂ ਚੋਰੀ ਕਰੀਏ ਤਾਂ ਮਤਲਬ ਫਟਾਫਟ ਗੱਲ ਮੁਕਾ ਦਈਏ ਕਾਰ ਸਿੰਘ ਤੇ ਮੈਂ, ਫਿਰ ਗੱਲ ਹੋ ਸਕਦੀ, ਪਰ we don't justify that way. I won't like Kar Singh to do it, and neither I would like myself to do that. So come on, Ravdeep, Paramjeet, Amarjeet ਗੁੱਸੇ 'ਚ ਬੈਠਾ ਲੱਗਦਾ ਅੱਜ ਕੱਲ। सेपरेट सेशन ही ले लो एक वखरा, and have everybody's thoughts, what they want to talk about. It's either ਜੇ ਆਪਣੇ ਆਪ ਨੂੰ ਫਰੇਮਵਰਕ 'ਚ ਰੱਖਣਾ ਹੈ ਤਾਂ ਵੀ, ਜੇ ਫਰੇਮਵਰਕ 'ਚ ਨਹੀਂ ਰੱਖਣਾ ਤਾਂ ਵੀ, ਮਾਈ ਸਜੈਸ਼ਨ ਵੁੱਡ ਬੀ, ਕਿਉਂਕਿ ਅਸੀਂ ਇਸ ਚਾਰਾਂ ਨੂੰ ਦੁਬਾਰਾ ਰਿਵਾਈਵ ਕਰ ਸਕਦੇ ਹਾਂ, ਰਿਵਾਈਜ਼ ਕਰ ਸਕਦੇ ਹਾਂ ਬਿਫੋਰ ਦਾ 5th। Yeah, ਤੇ that's a ਅੱਜ good- ਕਿਉਂਕਿ ਸਾਰੇ ਜਣੇ ਬੋਲਦੇ ਪਏ ਆ ਤੇ ਕੁਝ ਜਣੇ ਨਹੀਂ ਵੀ ਬੋਲੇ, ਅਰਜੀਤ ਨਹੀਂ ਬੋਲੀ, ਅਮਰਤੇਜ ਜੀ ਨਹੀਂ ਬੋਲੇ, ਮੋਨੀ ਨਹੀਂ ਬੋਲੀ, ਬਾਬੀ ਨਹੀਂ ਬੋਲੀ, that's a new name, I just came, ਤੇ ਵੀਨਾ ਜੀ ਨਹੀਂ ਹੈ, ਰਮਿੰਦਰ, ਰਵਦੀਪ, ਅਸੀਂ ਸਾਰੇ ਮਤਲਬ let's have a time next week. Are you all for it? yes. ਹਾਂਜੀ ਹਾਂਜੀ, ਨੈਕਸਟ ਵੀਕ ਡਿਸਕਸ਼ਨ ਕਰੋ। ਹਾਂਜੀ, ਕੋਈ ਸਬਜੈਕਟ ਲੈ ਲਓ, ਭਾਵੇਂ ਸਿਮਰਨ ਦਾ ਲੈ ਲਓ ਜਾਂ ਜਿਹੜਾ ਸ਼ਬਦ ਕਰ ਰਹੇ ਨਹੀਂ, ਸਬਜੈਕਟ ਇਹਨਾਂ ਦੀ ਆਪਣੀ ਹੈ, ਆਪੋ ਆਪਣੀ। ਹਾਂ ਮਤਲਬ ਅਸੀਂ ਹਾਲੇ ਤੱਕ ਕੀ ਕਰਦੇ ਕੀ ਪਏ, ਕੀ ਪਹਾੜ ਝੁਕਦੇ ਪਏ ਆ? ਜੇ ਪਹਾੜ ਝੁਕਦੇ ਪਏ ਤਾਂ ਨਾ ਝੁਕੀਏ, ਹੈ ਨਾ? ਤੇ ਜੇ ਮੈਨੂੰ ਕੋਈ ਸਮਝ ਆ ਰਹੀ ਹੈ ਤੇ ਬਰਾਵੋ, ਆਈ ਸ਼ੁਡ ਪੈਟ ਮਾਈ ਸੈਲਫ। ਆਪਣਾ ਹੀ ਸਬਜੈਕਟ ਲੈ ਕੇ ਆਵੇ ਹਰ ਬੰਦਾ। ਹਾਂਜੀ, ਮੈਂ ਆਪਣੇ ਸਬਜੈਕਟ ਲੈ ਕੇ ਆਵੇ। ਹਾਂਜੀ ਹਾਂਜੀ, ਆਈ ਸੈਡ ਯਾ। ਵੀਨਾ ਜੀ, ਆਰ ਯੂ ਓਕੇ? ਹਾਂਜੀ, I thought as we go along we discuss it, ਜਿਸ ਤਰ੍ਹਾਂ ਵੀ ਮੈਂ ਤੇ ਹਰੀ ਸਮਝਣ ਦੀ ਕੋਸ਼ਿਸ਼ ਹੀ ਕਰ ਰਹੀ ਹਾਂ before to understand the part itself, ਤੇ I don't know, ਮੈਨੂੰ ਲੱਗਦਾ ਹੈ ਕਿ ਇਸ discussion goes along as we discuss the body or parts ਜਿਹੜਾ ਵੀ ਕਰ ਰਹੇ It's both ways. ਹਾਂ। ਉਸ ਵੇਲੇ ਉਹ ਸਿਰਫ ਉਹਦੇ ਪ੍ਰੈਮਿਸ 'ਚ ਹੁੰਦੀ ਹੈ ਜਿਹੜੀ ਅਸੀਂ ਗੱਲ ਕਰ ਰਹੇ ਹੁੰਦੇ ਹਾਂ। ਹੁਣ ਸਾਡੇ ਕੋਲ ਕਈ ਗੱਲਾਂ ਰਹਿ ਜਾਂਦੀਆਂ ਨੇ, ਜਿਸ ਤਰ੍ਹਾਂ ਅੱਜ ਜੇ ਅਸੀਂ ਬੰਦ ਕਰ ਦਿੰਦੇ, now we are over 23 minutes. If we would have stopped 23 minutes ago, ਕਈਆਂ ਦੀਆਂ ਗੱਲਾਂ ਵਿੱਚ ਹੀ ਰਹਿ ਜਾਣੀਆਂ ਸੀ, ਪਰਮਿੰਦਰ ਦੀਆਂ, ਭੁਪਿੰਦਰਜੀਤ ਦੀਆਂ, ਹਾਲੇ ਲੁਥਰਾ ਜੀ ਨਹੀਂ ਕੁਝ ਬੋਲੇ, ਹਰਜੀਤ ਭੈਣ ਜੀ ਨਹੀਂ ਬੋਲੇ, ਪਰਮਜੀਤ, ਹਾਲੇ ਕਈਆਂ ਨੇ ਕੁਝ ਨਹੀਂ ਕਿਹਾ, मोनी ने अपना अनम्यूट ही नहीं किया आज। अरे तू चाचे के साथ तो नहीं मिली हुई आज, गुस्से में है दोनों। So what do you recommend, इस तरह to नहीं, असी my suggestion is कि next week let's come up, मैं टिप दे सकता कि what is it that I have been doing so far। एक दूसरा मैं ये भी कह सकता कि मैनू लोड़ भी हैगी, हो सकता कि मैं ग्रेजुएट करने वाला हूं। कच्ची तो 10वीं चढ़ गए। फर्स्ट ग्रेड तो कॉलेज पास कर लिया। चलो कार सिंह जी, मैं ਤੁਹਾਡੀ ਮੀਟੀ ਲੈ ਲਈ ਸੀ ਤੇ ਹੁਣ ਤੁਸੀਂ ਫਿਰ ਸਮਾਪਤੀ ਕਰੋ। ਨਹੀਂ ਉਹਨਾਂ ਨੇ ਕੀਤੀ, ਅੱਜ ਸਾਡੀ ਦੋਵਾਂ ਦੀ ਵੀਰਾ ਡਿਊਟੀ ਸੀ। ਹਾਂ, ਓਕੇ। ਇੱਕ ਓੰਕਾਰ ਸਤਿਗੁਰ ਪ੍ਰਸਾਦ।
ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ। ਨਮਸਕਾਰ ਡੰਡੌਤ ਬੰਦਨ ਅਨੇਕ ਬਾਰ ਜਾਉ ਬਾਰੇ। ਨਮਸਕਾਰ ਡੰਡੌਤ ਬੰਦਨ ਅਨੇਕ ਬਾਰ ਜਾਉ ਬਾਰੇ। ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰੇ। ਉਠਤ ਬੈਠਤ ਸੋਵਤ ਜਾਗਤ, ਉਠਤ ਬੈਠਤ ਸੋਵਤ ਜਾਗਤ। ਏ ਮਨ ਤੁਝੇ ਚਿਤਾਰੇ, ਏ ਮਨ ਤੁਝੇ ਚਿਤਾਰੇ। ਸੁਖ ਦੁਖ ਇਸ ਮਨ ਕੀ ਬਿਰਥਾ, ਤੁਝ ਹੀ ਆਗੇ ਸਾਰੇ। सुख दुख इस मन की बिरथा, तुझ ही आगे सारे। जो तुम करो सोई भल हमरो, तू मेरी ओट बल बुध धन सब तुम ही। तुम्हें मेरे परवारे, तू मेरी ओट बल बुध धन सब तुम ही। तुम्हें मेरे परवारे, जो तुम करो सोई पल हमरो। पेख नानक सुख चिरनारे, जो तुम करो सोई पल हमरो। पेख नानक सुख चिरनारे। प्रभ जी तू मेरे प्राण आधारे, तू मेरे प्राण आधारे। नमस्कार डंडौत बंदन अनक बार जाऊं बारे। अनक बार जाऊं बारे। प्रभ जी तू मेरे प्राण आधारे। नमस्कार डंडौत बंदन, नमस्कार डंडौत बंदन अनक बार जाऊं बारे। वाजे खालसा वाहिगुरू जी की फतेह। ਵਾਹਿਗੁਰੂ ਜੀ ਕੀ ਫਤਿਹ।